ਏਕੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਬਿਨਾਸਨ ਸੋਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਜੀ ਅਰ ਬਿਰਧਬਾਦ ਕੋ। ਸੁਣਿਓ ਗੁਰੂ ਨਿਜ ਸਰੋਣਾ। ਆਤ ਸਚਿੰਤ ਚਿਤ ਮੈਂ ਭਹੇ। ਬੈਠੇ ਅੰਤਰ ਮੋਣਾ। ਕਾਜੀ ਅਰ ਬਿਰਧਬਾਦ ਕੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਵਾਜ ਅੰਤਰਜਾਮੀ ਦਸਾਂ ਪਾਤਸ਼ਾਹੀਆਂ ਦੀ ਪਵਿੱਤਰ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਪੰਚਮ ਪਿਤਾ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਪਰਮ ਪਵਿੱਤਰ ਅਸਥਾਨ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਅਸਥਾਨ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਕਰਨ ਵਾਸਤੇ ਦੂਰ ਦਰੇਡੇ ਤੋਂ ਬਹੁਤਾਤ ਪਹੁੰਚੀਆਂ ਹੋਈਆਂ ਸੰਗਤਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਕੇ ਮਾਲਕ ਦੀ ਸੇਵਾ ਵਿੱਚ ਲੱਗ ਕੇ ਇਸ ਵਕਤ ਜੋ ਸ਼ਾਮਾਂ ਦੇ ਵਕਤ ਦਿਨ ਦੇ ਪਿਛਲੇ ਪਹਿਰ ਇੱਥੋਂ ਦੀ ਮਰਿਆਦਾ ਮੁਤਾਬਕ ਵਿਸ਼ੇਸ਼ ਸੁੰਦਰ ਦੀਵਾਨ ਸਜਦੇ ਨੇ। ਸਜੇ ਹੋਏ ਦੀਵਾਨ ਅੰਦਰ ਗੁਰੂ ਘਰ ਦੇ ਕੀਰਤਨੀਏ ਗੁਰ ਸ਼ਬਦ ਨਾਲ ਪ੍ਰੇਮ ਪੈਦਾ ਕਰਵਾਉਣ ਵਾਲੇ ਗੁਰਮੁਖ ਰਾਗੀ ਜਥੇ ਵੱਲੋਂ ਬਹੁਤ ਹੀ ਪਿਆਰ ਭਰੀ ਮਿੱਠੀ ਆਵਾਜ਼ ਅੰਦਰ ਗੁਰਬਾਣੀ ਦਾ ਕੀਰਤਨ ਗਾਇਨ ਹੋ ਰਿਹਾ ਸੀ ਤੇ ਇਸ ਵਕਤ ਸਮਾਂ ਗੁਰ ਇਤਿਹਾਸ ਦੀ ਪਵਿੱਤਰ ਕਥਾ ਦਾ ਹੈ। ਗੁਰ ਇਤਿਹਾਸ ਦੀ ਕਥਾ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਚੂੜਾਮਨ ਕਵੀ ਜਿਨ੍ਹਾਂ ਨੇ ਸ੍ਰੀ ਨਾਨਕ ਪ੍ਰਕਾਸ਼ ਗੁਰਪ੍ਰਤਾਪ ਸੂਰਜ ਗ੍ਰੰਥ ਤੇ ਸ੍ਰੀ ਜਪਜੀ ਸਾਹਿਬ ਦਾ ਟੀਕਾ ਵੀ ਲਿਖਿਆ ਜਿਸ ਨੂੰ ਆਪਾਂ ਗਰਭ ਗੰਜਨੀ ਆਖਦੇ ਹਾਂ। ਗੁਰੂ ਮਹਿਮਾ ਵਿੱਚ ਕਾਵ ਰਚਨਾ ਵਿੱਚ ਬਹੁਤ ਵੱਡਾ ਇਤਿਹਾਸਕ ਇਹ ਸਾਧ ਸੰਗਤ ਸਾਨੂੰ ਦੇਣ ਦਿੱਤੀ ਹੈ। ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਜਿਨ੍ਹਾਂ ਦਾ ਜਨਮ ਨਗਰ ਜ਼ਿਲ੍ਹਾ ਤਰਨ ਤਾਰਨ ਦੇ ਨੂਰ ਦੀ ਪਿੰਡ ਵਿੱਚ ਹੈ। ਅੱਜ ਵੀ ਉੱਥੇ ਜਨਮ ਅਸਥਾਨ ਬੜੇ ਸਤਿਕਾਰ ਨਾਲ ਸੰਗਤ ਨੇ ਕਾਰ ਸੇਵਾ ਵਾਲੇ ਸਤਿਪੁਰਖਾਂ ਦੇ ਰਾਹੀਂ ਤਿਆਰ ਕਰਵਾਇਆ ਹੈ। ਤੋ ਮਹਾਕਵੀ ਜੀ ਨੇ ਕੈਂਥਲ ਵਿੱਚ ਪਟਿਆਲੇ ਤੋਂ ਕੈਂਥਲ ਵਿੱਚ ਰਹਿ ਕੇ ਸਿੱਖ ਇਤਿਹਾਸ ਰਾਜਾ ਉਦੇ ਸਿੰਘ ਜੀ ਕੋਲ ਉਹਨਾਂ ਸਾਰੀਆਂ ਸਹੂਲਤਾਂ ਦਿੱਤੀਆਂ ਕਿ ਮਹਾਕਵੀ ਜੀ ਤੁਸੀਂ ਗੁਰ ਇਤਿਹਾਸ ਛੰਦਾਬੰਦੀ ਵਿੱਚ ਲਿਖੋ। ਪਟਿਆਲੇ ਵਾਲੇ ਰਾਜੇ ਤੋਂ ਕੈਂਥਲ ਵਾਲੇ ਰਾਜੇ ਨੇ ਕਵੀ ਜੀ ਨੂੰ ਲਿਆ ਰਾਜਾ ਉਦੇ ਸਿੰਘ ਜੀ ਨੇ ਤੇ ਕਵੀ ਜੀ ਨੇ ਬਹੁਤ ਵੱਡੀ ਸੇਵਾ ਨਿਭਾਈ। ਹਰਿਆਣੇ ਵਿੱਚ ਬੂੜੀਆ ਕਸਬਾ ਹੈ ਉਹ ਵੀ ਕਵੀ ਜੀ ਨੇ ਵਸਾਇਆ ਹੈ। ਕਵੀ ਜੀ ਦੇ ਵੱਡਿਆਂ ਨੇ ਤੋ ਸਾਧ ਸੰਗਤ ਬਹੁਤ ਵੱਡੀ ਸਿੱਖ ਇਤਿਹਾਸ ਦੀ ਮਹਾਨ ਸੇਵਾ ਜਿਹੜੀ ਹੈ ਗੁਰਮੁਖੋ ਉਹ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀ ਨੇ ਕੀਤੀ ਹੈ।
ਜਦੋਂ ਕਿਤੇ ਰਚਨਾ ਰਚਦਿਆਂ ਇਤਿਹਾਸ ਛੰਦਾਬੰਦੀ ਵਿੱਚ ਲਿਖਦਿਆਂ ਲਿਖਦਿਆਂ ਕੋਈ ਰੁਕਾਵਟ ਵੀ ਪੈਂਦੀ ਸੀ ਤੇ ਮਹਾਕਵੀ ਜੀ ਇਹ ਪੜ੍ਹਦੇ ਸਨ, ਜਬ ਆਣ ਕੀ ਆਸ ਨਿਰਾਸ ਭਈ, ਕਲਗੀਧਰ ਬਾਸ ਕੀਓ ਮਨ ਮਾਹੀ। ਜਦੋਂ ਇਹ ਆਸ ਜਿਹੜੀ ਹੈ ਕਿਤੋਂ ਪੂਰਨ ਨਾ ਹੋਵੇ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਉਹਨਾਂ ਬਚਨਾਂ ਨੂੰ ਪੂਰਨ ਕਰਨ ਦੇ ਸਮਰੱਥ ਨੇ। ਮੈਂ ਗੁਰੂ ਕਲਗੀ ਵਾਲੇ ਪਿਤਾ ਸਤਿਗੁਰੂ ਨੂੰ ਯਾਦ ਕਰ ਲੈਣਾ ਤੇ ਮੇਰੀ ਕਾਵ ਰਚਨਾ ਦੀ ਆਸ ਪੂਰੀ ਹੋ ਜਾਂਦੀ ਹੈ। ਉਹਨਾਂ ਦੀ ਜੋ ਛੰਦਾਬੰਦੀ ਹੈ ਬਹੁਤ ਹੀ ਮਹੱਤਵਪੂਰਨ ਇਹ ਇਤਿਹਾਸ ਦੇ ਗ੍ਰੰਥ ਨੇ, ਕਿਉਂਕਿ ਸਾਧ ਸੰਗਤ ਕਈ ਸ਼ਬਦ ਆਪਣੇ ਬਹੁਤ ਮਹਿੰਗੇ ਕਵੀ ਜੀ ਨੇ ਉਚਾਰਨ ਕੀਤੇ ਨੇ। ਜਦੋਂ ਕਿਤੇ ਸਿਫਤ ਕਰਦੇ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਤੇ ਸਾਧ ਸੰਗਤ ਸ਼ਬਦ ਵਰਤਦੇ ਨੇ, ਹਰ ਗੋਬਿੰਦ ਨੰਦਨ ਨੰਦਨ ਕੋ ਅਬ ਬੰਧਨ ਕੈ ਪਦ ਜੇ ਅਰ ਬਿੰਦੂ। ਇਹਦਾ ਮਤਲਬ ਇਹ ਹੈ ਕਿ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਦੇ ਸਾਹਿਬਜ਼ਾਦੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਾਹਿਬਜ਼ਾਦੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਐਸੀ ਆਸ ਬਣਾ ਦੇਣ ਵਾਲੇ, ਜਦੋਂ ਸਾਰਿਆਂ ਪਾਸਿਆਂ ਤੋਂ ਨਿਰਾਸ਼ ਮਨੁੱਖ ਹੋ ਜਾਏ ਤੇ ਕਲਗੀਧਰ ਪਿਤਾ ਮਨ ਵਿੱਚ ਆਣ ਕੇ ਵਸ ਜਾਣ ਤੇ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਬਹੁਤ ਵੱਡੀ ਸ਼ਰਧਾ ਸਤਿਕਾਰ ਨਾਲ ਇਹ ਇਤਿਹਾਸਕ ਗ੍ਰੰਥ ਹੈ, ਜਿਸ ਨੂੰ ਆਪਾਂ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਕਹਿੰਦੇ ਹਾਂ, ਕਿਉਂਕਿ ਸੂਰਜ ਦੀਆਂ 12 ਰਾਸਾਂ ਨੇ, 6 ਰੁੱਤਾਂ ਨੇ ਤੇ 2 ਆਇਣ ਨੇ। ਇਸ ਗ੍ਰੰਥ ਵਿੱਚ ਵੀ 12 ਰਾਸਾਂ ਨੇ, 5ਵੀਂ ਰਾਸ ਚੱਲ ਰਹੀ ਹੈ। 12 ਰਾਸਾਂ ਅੱਗੇ 6 ਰੁੱਤਾਂ ਤੇ 2 ਸੂਰਜ ਦੇ ਘਰ ਨੇ। ਉਹਦੇ ਮੁਤਾਬਕ ਹੀ ਇਹ ਰਚਨਾ ਰਚੀ ਹੈ ਮਹਾਕਵੀ ਭਾਈ ਸੰਤੋਖ ਸਿੰਘ ਸਾਹਿਬ ਜੀਆਂ ਨੇ। ਆਪ ਜੀ ਨੇ ਕੱਲ ਦੇ ਪ੍ਰਸੰਗ ਵਿੱਚ ਸਰਵਣ ਕੀਤਾ ਸੀ ਕਿ ਕੁਝ ਬੰਦੇ ਗੁਰੂ ਘਰ ਨਾਲ ਸਾਧ ਸੰਗਤ ਝਗੜਾ ਖੜਾ ਰੱਖਣਾ ਚਾਹੁੰਦੇ ਨੇ, ਝਗੜਾ ਕਰਦੇ ਨੇ। ਤੋ ਗੁਰੂ ਘਰ ਤੇ ਬਹੁਤ ਵੱਡਾ ਤੇ ਧੀਰਜ ਬਖਸ਼ਣ ਵਾਲਾ ਹੈ। ਜਿਨ੍ਹਾਂ ਦਾ ਹੌਸਲਾ ਪਸਤ ਹੋ ਜਾਂਦਾ ਉਹਨਾਂ ਨੂੰ ਹੌਸਲਾ ਬਖਸ਼ਣ ਵਾਲਾ ਗੁਰੂ ਘਰ। ਇਸ ਘਰ ਦੇ ਅੰਦਰ ਭਾਈ ਜਿੱਥੇ ਗੁਰੂ ਸਾਹਿਬ ਦੀ ਵੱਡੀ ਮਹੱਤਤਾ ਹੈ, ਉੱਥੇ ਸਿੱਖੀ ਕਮਾਉਣ ਵਾਲੇ ਵੀ ਬਹੁਤ ਵੱਡੇ ਸਤਿਕਾਰ ਦੇ ਪਾਤਰ ਨੇ। ਅੱਜ ਦੇ ਪਵਿੱਤਰ ਇਤਿਹਾਸ ਵਿੱਚ ਆਪਾਂ ਬਚਨ ਪੜਾਂਗੇ, ਬਾਬਾ ਬੁੱਢਾ ਸਾਹਿਬ ਦਾ ਵੀ ਜ਼ਿਕਰ ਆਏਗਾ ਕਿ ਬਾਬਾ ਬੁੱਢਾ ਸਾਹਿਬ ਜੀ ਹੌਸਲੇ ਤੋਂ ਪਸਤ ਹੋਏ ਜਾਂ ਨਿਰਾਸ਼ ਹੋਏ ਮਨੁੱਖਾਂ ਦਾ ਕਿਵੇਂ ਧੀਰਜ ਬਣਾ ਦਿੰਦੇ ਨੇ। ਤੋ ਪਿਆਰ ਸਤਿਕਾਰ ਨਾਲ ਆਪਾਂ ਸਰਵਣ ਕਰੀਏ ਗੁਰੂ ਮਹਿਮਾ, ਕਿਉਂਕਿ ਗੁਰੂ ਮਹਿਮਾ ਬਹੁਤ ਵੱਡੀ ਹੈ। ਸਾਧ ਸੰਗਤ, ਗੁਰ ਕੀ ਮਹਿਮਾ ਕਿਆ ਕਹਾ, ਗੁਰ ਵਿਵੇਕ ਸਤ ਸਰ, ਉਹ ਆਦ ਜੁਗਾਦੀ ਜੁਗੈ ਜੁਗ ਪੂਰਾ ਪਰਮੇਸ਼ਰ। ਗੁਰੂ ਦੀ ਮਹਿਮਾ ਸਾਨੂੰ ਪੂਰੇ ਪਰਮੇਸ਼ਰ ਨਾਲ ਵੀ ਸਾਡਾ ਮਿਲਾਪ ਪੈਦਾ ਕਰਦੀ ਹੈ। ਤੋ ਸਤਿਗੁਰੂ ਕਿਰਪਾ ਵਰਤਾਉਣ। ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਮੀਰੀ ਪੀਰੀ ਦੇ ਮਾਲਕ, ਬੰਦੀ ਛੋੜ ਦਾਤਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਸੰਗ ਚੱਲ ਰਿਹਾ ਹੈ ਤੇ ਪਿਆਰ ਸਤਿਕਾਰ ਨਾਲ ਸਰਵਣ ਕਰੋ। ਅੱਜ ਦੇ ਇਤਿਹਾਸ ਵਿੱਚ ਮਹਾਕਵੀ ਜੀ ਕੀ ਗੁਰੂ ਮਹਿਮਾ ਵਿੱਚ ਕਿਰਪਾ ਵਰਤਾਉਂਦੇ ਨੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਕਾਜੀ ਅਰ ਬ੍ਰਿਧ ਬਾਦ ਕੋ, ਸੁਣਿਓ ਗੁਰੂ ਨਿਜ ਸਰੋਣਾ। ਕਾਜ਼ੀ ਬੀਬੀ ਕੌਲਾਂ ਜੀ ਦੇ ਪਿਤਾ ਜੀ, ਕਈ ਇਤਿਹਾਸਕਾਰਾਂ ਨੇ ਲਿਖਿਆ ਵੀ ਇਹ ਕਾਜ਼ੀ ਦੀ ਗੋਲੀ ਸੀ, ਪਰ ਕੁਝ ਇਤਿਹਾਸਕਾਰ ਕਹਿੰਦੇ ਨੇ ਵੀ ਇਹ ਕਾਜ਼ੀ ਦੀ ਸਪੁੱਤਰੀ ਸੀ ਬੀਬੀ ਕੌਲਾਂ ਜੀ, ਜਿਨ੍ਹਾਂ ਦਾ ਸਾਧ ਸੰਗਤ ਮੰਜੀ ਸਾਹਿਬ ਦੇ ਪਿਛਲੇ ਪਾਸੇ ਸਰਾਂ ਤੋਂ ਅੱਗੇ ਬਾਬਾ ਅਟਲ ਰਾਏ ਸਾਹਿਬ ਜੀ ਤੇ ਗੁਰਦੁਆਰਾ ਕੌਲਸਰ ਸਾਹਿਬ ਦਾ ਸਾਂਝਾ ਕੰਪਲੈਕਸ ਹੈ। ਇੱਥੇ ਪਰਮ ਪਵਿੱਤਰ ਅਸਥਾਨ ਵੀ
ਉਹਨਾਂ ਦੀ ਯਾਦ ਵਿੱਚ ਸੁਸ਼ੋਭਿਤ ਹੈ। ਜੋ ਬੀਬੀ ਜੀ ਦੇ ਪਿਤਾ ਜੀ ਨੇ ਰੁਸਤਮ ਖਾਂ ਮਹਾਕਵੀ ਜੀ ਨੇ ਉਹਨਾਂ ਦਾ ਨਾਮ ਲਿਖਿਆ ਹੈ ਤੇ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਕੁਝ ਕੌੜੇ ਕਸੈਲੇ ਬਚਨ ਕਰਨ ਲੱਗ ਪਏ। ਕਾਜ਼ੀ ਜੀ ਰੁਸਤਮ ਖਾਂ ਜੀ, ਇੰਜ ਕਹਿ ਲੋ ਬੀਬੀ ਕੌਲਾਂ ਜੀ ਦੇ ਪਿਤਾ ਜੀ, ਤੇ ਜਦੋਂ ਝਗੜਾ ਕਰਦਿਆਂ ਕਾਜ਼ੀ ਨੂੰ ਬਾਬਾ ਬੁੱਢਾ ਸਾਹਿਬ ਨਾਲ ਸੁਣਿਆ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਹ ਬਚਨ ਆਪਣੇ ਕੰਨਾਂ ਨਾਲ ਜਦੋਂ ਸੁਣੇ ਹਨ। ਅਤ ਸਚਿੰਤ ਚਿਤ ਮੈਂ ਭਹੀ ਬੈਠੇ ਅੰਤਰ ਮੌਣ। ਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ ਕਾਜ਼ੀ ਭਾਵੇਂ ਹੈ ਤੇ ਧਰਮ ਅਸਥਾਨ ਦਾ ਮੁਖੀਆ ਹੈ, ਕਿਉਂਕਿ ਕਾਜ਼ੀ ਮਸਜਿਦ ਵਿੱਚ ਜਾਂ ਨਿਆਂ ਕਰਨ ਵਾਲਾ ਕਹਿ ਲੋ, ਉਪਦੇਸ਼ ਦੇਣ ਵਾਲਾ ਧਾਰਮਿਕ ਤੌਰ ਤੇ ਇਹ ਪਦਵੀ ਤੇ ਵੱਡੀ ਹੈ ਧਾਰਮਿਕ ਤੌਰ ਤੇ, ਪਰ ਗੁਰੂ ਘਰ ਵਿੱਚ ਆਣ ਕੇ ਝਗੜਾ ਕਰਦਾ ਹੈ। ਜਦੋਂ ਸਤਿਗੁਰੂ ਪਾਤਸ਼ਾਹ ਨੇ ਆਪਣੇ ਕੰਨਾਂ ਨਾਲ ਬਚਨ ਸੁਣੇ ਤੇ ਗਰੀਬ ਨਵਾਜ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਬੈਠੇ ਇਹ ਬਚਨ ਸੁਣ ਕੇ ਚੁੱਪ ਹੋ ਗਏ ਕਿ ਧਾਰਮਿਕ ਵਿਅਕਤੀਆਂ ਨੂੰ ਗੁਰੂ ਸੇਵਾ ਵਿੱਚ ਜੁਟੇ ਮਹਾਂਪੁਰਖਾਂ ਨਾਲ, ਬਾਬਾ ਬੁੱਢਾ ਸਾਹਿਬ ਵਰਗੀ ਸ਼ਖਸੀਅਤ ਨਾਲ ਕਦੀ ਝਗੜਾ ਨਹੀਂ ਖੜਾ ਕਰਨਾ ਚਾਹੀਦਾ। ਚੌਪਈ ਜਿਸਕੇ ਕਹੇ ਅਚਲ ਚਲ ਪਰ। ਤੋ ਸਾਧ ਸੰਗਤ ਜਿਸਕੇ ਕਹੇ ਅਚਲ ਚਲ ਪਰੈ। ਸਤਿਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਜੀ ਉਹ ਮਹਾਨ ਸ਼ਖਸੀਅਤ ਨੇ ਜਿਨ੍ਹਾਂ ਦੇ ਬਚਨ ਕਹਿਣ ਮੁਤਾਬਕ ਜਿਹੜੀਆਂ ਪੱਕੇ ਤੌਰ ਤੇ ਟਿਕੀਆਂ ਚੀਜ਼ਾਂ ਨੇ ਉਹ ਵੀ ਚੱਲ ਸਕਦੀਆਂ ਨੇ, ਚੱਲ ਪੈਂਦੀਆਂ ਨੇ। ਬਾਬਾ ਬੁੱਢਾ ਸਾਹਿਬ ਜੀ ਦੀ ਰਸਨਾ ਵਿੱਚ ਬੜੀ ਵੱਡੀ ਬਰਕਤ ਹੈ। ਕਾਜ਼ੀ ਝਗੜਦਾ ਹੈ, ਜੇ ਕੋਈ ਰਸਨਾ ਤੋਂ ਬਚਨ ਨਿਕਲ ਜਾਏ ਤੇ ਫਿਰ ਕਿਉਂਕਿ ਜ਼ਿੰਦਗੀ ਦਾ ਸਵਾਲ ਹੈ, ਬਾਬਾ ਬੁੱਢਾ ਸਾਹਿਬ ਵਰਗੇ ਮਹਾਂਪੁਰਖ ਦੀ ਰਸਨਾ ਤੋਂ ਨਿਕਲਿਆ ਬਾਗ ਤੇ ਕਦੀ ਖਾਲੀ ਵਾਪਸ ਨਹੀਂ ਜਾਂਦਾ। ਪਰ ਇਹਨੂੰ ਧਾਰਮਿਕ ਤੌਰ ਤੇ ਸ਼ਾਇਦ ਇੰਨੀ ਸਮਝ ਨਹੀਂ, ਗੁੱਸੇ ਵਿੱਚ ਜ਼ਿਆਦਾ ਹੈ ਰੁਸਤਮ ਖਾਂ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਬਾਬਾ ਬੁੱਢਾ ਸਾਹਿਬ ਉਹ ਹਸਤੀ ਨੇ ਜਿਨ੍ਹਾਂ ਦੇ ਕਹੇ ਹੋਏ ਬਚਨਾਂ ਮੁਤਾਬਕ ਟਿਕੀਆਂ ਹੋਈਆਂ ਚੀਜ਼ਾਂ ਵੀ ਚੱਲ ਸਕਦੀਆਂ ਨੇ। ਅਹੈ ਸਦਾਗਤ ਸੇ ਸਭ ਥਿਰਾ। ਤੇ ਜਿਹੜੇ ਚੱਲਣ ਵਾਲੇ ਆ ਨਾ ਜੀ ਉਹ ਟਿਕ ਸਕਦੇ ਨੇ, ਭਾਵ ਅਚਲ ਚੱਲ ਸਕਦੇ ਨੇ ਤੇ ਚੱਲਣ ਵਾਲੇ ਰੁਕ ਸਕਦੇ ਨੇ। ਬਾਬਾ ਬੁੱਢਾ ਸਾਹਿਬ ਦੀ ਆਪ ਜੀ ਤੇ ਰਸਨਾ ਤੋਂ ਕੋਈ ਬਚਨ ਕਹਿਣ ਤੇ ਚੱਲਣ ਵਾਲੇ ਭਾਈ ਟਿਕ ਸਕਦੇ ਨੇ, ਕਿਉਂਕਿ ਇਤਿਹਾਸਕ ਤੌਰ ਤੇ ਆਪਾਂ ਕਥਾ ਵਿਚਾਰ ਰਹੇ ਹਾਂ। ਗੁਰੂ ਸਾਹਿਬ ਦੇ ਘਰ ਵਿੱਚ ਬੜੇ ਬੜੇ ਸਤਿਪੁਰਖ ਹੋਏ ਜਿਨ੍ਹਾਂ ਇੱਕ ਬਚਨ ਕਿਹਾ, ਉਹਨਾਂ ਦੀ ਸਾਧ ਸੰਗਤ ਨਾ ਗੁਰੂ ਮੋੜਦੇ ਨੇ ਨਾ ਪਾਰ ਬ੍ਰਹਮ ਦੇ ਘਰੋਂ ਕਦੀ ਗੱਲ ਮੁੜਦੀ ਹੈ। ਇਹ ਇਤਿਹਾਸ ਵਿੱਚੋਂ ਹੀ ਆਪਾਂ ਪੜਾਂਗੇ ਕਿ ਗੁਰੂ ਅਰਜਨ ਦੇਵ ਜੀ ਦੇ ਸਿੱਖ ਭਾਈ ਲੱਖੂ ਜੀ ਹੋਏ ਨੇ। ਐਨ ਬਾਰਡਰ ਤੇ ਪਿੰਡ ਹੈ ਖੇਮ ਕਰਨ ਦੇ ਲਾਗੇ, ਉੱਥੇ ਭਾਈ ਲੱਖੂ ਜੀ ਭਾਈ ਲਖੀਆ ਜੀ ਇੱਕੇ ਹੀ ਮਹਾਨ ਗੁਰਸਿੱਖ ਦੇ ਦੋ ਨਾਮ ਨੇ। ਤੇ ਜਦੋਂ ਭਾਈ ਬੁੱਧੂ ਜੀ ਨੇ ਲਾਹੌਰ ਵਿਖੇ ਆਵੇ ਨੂੰ ਅੱਗ ਦੇਣੀ ਹੈ ਤੇ ਭਾਈ ਲੱਖੂ ਜੀ ਨੇ ਦਰਵਾਜ਼ਾ ਖੜਕਾ ਕੇ ਕਿਹਾ ਕਿ ਬੁੱਧੂ ਭੁੱਖ ਬੜੀ ਲੱਗੀ ਹੈ, ਛੇਤੀ ਕੁੰਡਾ ਖੋਲ। ਤੇ ਭਾਈ ਬੁੱਧੂ ਸਾਹਿਬ ਕਹਿਣ ਲੱਗੇ ਅਜੇ ਪਹਿਲਾਂ ਅਰਦਾਸ ਹੋਵੇਗੀ ਤੇ ਫਿਰ ਕੁੰਡਾ ਖੋਲ ਕੇ ਤੈਨੂੰ ਪ੍ਰਸ਼ਾਦਾ ਕਾਲੀ ਕਰਨ ਦੀ ਲੋੜ ਨਹੀਂ। ਭਾਈ ਲੱਖੂ ਜੀ ਕਹਿਣ ਲੱਗੇ ਅਰਦਾਸ ਵਿੱਚ ਮੈਂ ਵੀ ਸ਼ਾਮਲ ਹੋ ਸਕਦਾ ਹੈ, ਜੇ ਮੈਂ ਅਰਦਾਸ ਵਿੱਚ ਸ਼ਾਮਲ ਹੋਵਾਂਗਾ ਅਸੀਂ ਗੁਰੂ ਅੱਗੇ ਤਰਲਾ ਲਵਾਂਗੇ, ਪਰ ਤੂੰ ਲੰਗਰ ਕੀਤਾ ਤੇ ਕੁੰਡਾ ਕਿਉਂ ਲਾਇਆ, ਮੈਨੂੰ ਵੀ ਪ੍ਰਸ਼ਾਦਾ ਛਕਾ। ਤੇ ਭਾਈ ਬੁੱਧੂ ਨੇ ਮੋੜ ਦਿੱਤਾ ਤੇ ਭਾਈ ਲਖੀਆ ਜੀ ਗੁਰੂ ਅਰਜਨ ਦੇਵ ਦੇ ਚਰਨਾਂ ਤੇ ਭਰੋਸਾ ਕਰਕੇ ਕਹਿਣ ਲੱਗੇ ਬੁੱਧੂ ਤੂੰ ਇੱਕ ਗੁਰੂ ਕੇ ਸਿੱਖ ਨੂੰ ਮੋੜਿਆ ਹੈ, ਜਾ ਤੇਰਾ ਆਵਾ ਪੱਕੇਗਾ ਨਹੀਂ। ਅੰਦਰ ਸਿੱਖਾਂ ਨੇ ਪ੍ਰਸ਼ਾਦ ਛਕ ਕੇ ਅਰਦਾਸ ਕੀਤੀ
ਸਤਿਗੁਰੂ ਬੁੱਧੂ ਦਾ ਭਾਈ ਬੁੱਧੂ ਸਾਹਿਬ ਦਾ ਆਵਾ ਪੱਕ ਜਾਏ ਤੇ ਬਾਹਰ ਖੜੇ ਭਾਈ ਲੱਖੂ ਜੀ ਲਖੀਆ ਜੀ ਕਹਿਣ ਲੱਗੇ ਬੁੱਧੂ ਤੇਰਾ ਆਵਾ ਕੱਚਾ ਰਹੇਗਾ। ਜਦੋਂ ਆਵੇ ਨੂੰ ਖੋਲ੍ਹਿਆ ਤੇ ਇੱਟਾਂ ਪਿੱਲੀਆਂ ਨਿਕਲੀਆਂ। ਇਹ ਮੈਂ ਬਚਨ ਤੁਹਾਨੂੰ ਤਾਂ ਕਿਹਾ ਹੈ, ਇਹ ਸ਼ਬਦ ਗੁਰੂ ਹਰਗੋਬਿੰਦ ਸਾਹਿਬ ਜੀ ਕਹਿ ਰਹੇ ਨੇ ਕਿ ਬਾਬਾ ਬੁੱਢਾ ਸਾਹਿਬ ਉਹ ਹਸਤੀ ਨੇ ਜਿਹੜੇ ਰੁਕਿਆਂ ਨੂੰ ਚਲਾ ਸਕਦੇ ਨੇ ਤੇ ਚੱਲਣ ਵਾਲੇ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨਾਲ ਟਿਕ ਜਾਂਦੇ ਹਨ। ਕੌਣ ਸਮਰੱਥ ਕਰਹਿ ਬਚ ਮੇਟਾਣਾ। ਤੇ ਕੌਣ ਸਮਰੱਥਾ ਵਾਲਾ ਭਾਈ ਜਿਹੜਾ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਭੰਗ ਕਰ ਸਕੇ, ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਮੋੜ ਸਕੇ। ਅਸੀਂ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨ ਪੜਾਂਗੇ, ਮੇਰੀ ਬੰਦੀ ਭਗਤ ਛਡਾਵੇ, ਬੰਦੇ ਭਗਤ ਨਾ ਛੂਟੈ ਮੋਹੇ, ਏਕ ਸਮੈ ਮੋਕੋ ਗਏ ਬੰਦੇ ਤੋ ਫੁਨ ਮੋਪੈ ਜਵਾਬ ਨਾ ਹੋਏ। ਐਸੇ ਮਹਾਂਪੁਰਖਾਂ ਦੀ ਬੱਦੀ ਤਾਂ ਕੋਈ ਵੀ ਨਹੀਂ ਛਡਾ ਸਕਦਾ। ਤੇ ਗੁਰੂ ਹਰਗੋਬਿੰਦ ਸਾਹਿਬ ਕਹਿਣ ਲੱਗੇ ਕੌਣ ਸਮਰੱਥਾ ਵਾਲਾ ਹੈ ਜਿਹੜਾ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਮੇਟ ਸਕੇ। ਖਸ਼ਟ ਗੁਰਨ ਸੋਹਿਤ ਕਰ ਭੇਟਾਣਾ। ਖਸ਼ਟ ਗੁਰਨ ਛੇਵੇਂ ਗੁਰੂ ਸਾਹਿਬ ਜੀ ਤਾਂ ਹੀ ਤੇ ਉਹਨਾਂ ਨਾਲ ਪਿਆਰ ਕਰਦੇ ਨੇ। ਭਾਵ 6 ਗੁਰਾਂ ਨੂੰ ਮਿਲੇ ਹੋਏ ਨੇ ਬਾਬਾ ਬੁੱਢਾ ਸਾਹਿਬ। ਗੁਰੂ ਨਾਨਕ ਸਾਹਿਬ ਦੇ ਦਰਸ਼ਨ ਤੇ ਧੰਨ ਗੁਰੂ ਅੰਗਦ ਸਾਹਿਬ ਤੋਂ ਲੈ ਕੇ 6ਵੇਂ ਪਾਤਸ਼ਾਹ ਜੀ ਤੱਕ ਗੁਰਗੱਦੀ ਤੇ ਬਿਠਾਉਣ ਦੀ ਮਰਿਆਦਾ ਇਹ ਬਾਬਾ ਬੁੱਢਾ ਸਾਹਿਬ ਜੀ ਨਿਭਾਈ। ਤੇ ਧੰਨ ਸਤਿਗੁਰੂ ਕਹਿਣ ਲੱਗੇ 6 ਗੁਰੂਆਂ ਨੂੰ ਜਿਨ੍ਹਾਂ ਨੇ ਪ੍ਰੇਮ ਕਰਕੇ ਬਾਬਾ ਬੁੱਢਾ ਸਾਹਿਬ ਜੀ ਮਿਲੇ ਉਹਨਾਂ ਦਾ ਬਚਨ ਤਾਂ ਭਾਈ ਕੋਈ ਮੇਟ ਨਹੀਂ ਸਕੇਗਾ। ਕਹਿ ਬਚ ਕੋ ਸਸ ਸੂਰਜ ਰੋਕੈ। ਕਹਿਣ ਲੱਗੇ ਕਹਿ ਬਚ ਕੋ, ਬਾਬਾ ਬੁੱਢਾ ਸਾਹਿਬ ਜੀ ਦੇ ਕਹੇ ਹੋਏ ਬਚਨਾਂ ਨੂੰ ਨਾ ਸੱਸ ਕਹੀਏ ਚੰਦਰਮਾ ਤੇ ਸੂਰਜ ਕਹੀਏ ਸੂਰਜ। ਭਾਵ ਜਿੱਥੋਂ ਤੱਕ ਸੂਰਜ ਤੇ ਚੰਦਰਮਾ ਦਾ ਪਸਾਰਾ ਹੈ ਪੂਰੀ ਦੁਨੀਆ ਵਿੱਚ ਕੋਈ ਬਾਬਾ ਬੁੱਢਾ ਸਾਹਿਬ ਦੇ ਬਚਨਾਂ ਨੂੰ ਰੋਕ ਨਹੀਂ ਸਕਦਾ। ਜਿਸ ਵਾਰ ਸਰਾਪ ਵੇਚ ਤਰਾਈ ਲੋਕਾ। ਤੇ ਬਾਬਾ ਬੁੱਢਾ ਸਾਹਿਬ ਜੀ ਦੇ ਮੁਖ ਤੋਂ ਕੋਈ ਬਚਨ ਨਿਕਲ ਜਾਏ ਉਹ ਤੇ 3 ਲੋਕਾਂ ਵਿੱਚ ਹੀ ਪੂਰਨ ਹੋਣ ਵਾਲਾ ਬਚਨ ਹੈ। ਕਾਜੀ ਬੜੀ ਸਮਝ ਨਾਲ ਬੋਲ। ਬਾਬਾ ਬੁੱਢਾ ਸਾਹਿਬ ਜੀ ਐਸੇ ਸਤਿਪੁਰਖ ਨੇ ਪ੍ਰਮਾਤਮਾ ਨੂੰ ਮਿਲੇ ਹੋਏ, ਉਹਨਾਂ ਦਾ ਬਚਨ 3 ਲੋਕਾਂ ਵਿੱਚ ਹੀ ਕੋਈ ਮੇਟ ਨਹੀਂ ਸਕਦਾ। ਬਿਦ ਹਰ ਸ਼ਿਵ ਸੁਨ ਕੇ ਬਾਰਮ ਸਰਾਪ। ਕਵੀ ਜੀ ਕਹਿੰਦੇ ਨੇ ਵੀ ਜਿਹੜੇ ਕੋਈ ਬਚਨ ਸੀ ਨਾ ਹੋਰ ਪਹਿਲੇ ਸਮਿਆਂ ਵਿੱਚ, ਇਹ ਵੀ ਜਦੋਂ ਬਾਬਾ ਬੁੱਢਾ ਸਾਹਿਬ ਨੇ ਇਹਨਾਂ ਬਚਨਾਂ ਬਾਰੇ ਸੁਣਿਆ ਪੜ੍ਹਿਆ ਵਿਚਾਰਿਆ ਜੀ, ਮੇਟ ਨਾ ਸਕੈ ਧਾਰ ਲਈ ਆਪ। ਕਹਿੰਦੇ ਕੋਈ ਬਚਨ ਆਪਣੇ ਮੁੱਕਦਾ ਨਹੀਂ, ਮਿਟਦਾ ਨਹੀਂ। ਕਿਸੇ ਪ੍ਰਭੂ ਭਗਤੀ ਵਾਲੇ ਦੀ ਰਸਨਾ ਤੋਂ ਨਿਕਲੇ ਬਚਨ ਮਿਟਦੇ ਨਹੀਂ। ਉਹ ਤੇ ਪ੍ਰਮਾਤਮਾ ਆਪ ਕਿਰਪਾ ਵਰਤਾ ਕੇ ਉਹਨਾਂ ਬਚਨਾਂ ਦੀ ਫਿਰ ਪੂਰਤੀ ਕਰਵਾਉਂਦੇ ਨੇ। ਸੁਣ ਕਰ ਜੋਰ ਕਹਿਓ ਬਿਰਧ ਭਾਈ। ਤੇ ਜਦੋਂ ਸਾਧ ਸੰਗਤ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸੋਂ ਕੋਈ ਬਚਨ ਸੁਣੇ ਤੇ ਕਾਜ਼ੀ ਨਾਲ ਵੀ ਕੋਈ ਨਾ ਕੋਈ ਬਚਨ ਚੱਲਦਾ ਹੈ। ਜਦੋਂ ਇਹ ਬਚਨ ਸੁਣੇ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਹੱਥ ਜੋੜ ਕੇ ਧੰਨ ਬਾਬਾ ਬੁੱਢਾ ਸਾਹਿਬ ਜੀ ਬਚਨ ਕਹਿਣ ਲੱਗੇ। ਕਹੀਂ ਤਥਾ ਜਿਵੇਂ ਆਪ ਕਹਾਈ। ਬਾਬਾ ਜੀ ਕਹਿਣ ਲੱਗੇ ਸਤਿਗੁਰੂ ਮੈਂ ਉਹ ਹੀ ਬਚਨ ਬੋਲ ਸਕਦਾ ਹਾਂ ਜੋ ਆਪ ਬਚਨ ਕਹਾਉਂਦੇ ਹੋ। ਮੇਰੀ ਸਮਰੱਥਾ ਤੇ ਮੇਰੀ ਵੀ ਕੋਈ ਨਹੀਂ ਵੀ ਮੈਂ ਕੋਈ ਆਪਣੇ ਕੋਲੋਂ ਬਚਨ ਬੋਲ ਸਕਾਂ। ਜੋ ਤੁਸੀਂ ਕਿਰਪਾ ਵਰਤਾਂਦੇ ਉਹ ਹੀ ਬਚਨ ਮੈਂ ਕਹਿੰਦਾ ਹਾਂ। ਚਿਰੰਕਾਲ ਕੀ ਤਬ ਕੋ ਤਾਪਤ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ ਜਿਹੜਾ ਪਿਤਾ ਹੈ ਨਾ ਬੀਬੀ ਕੌਲਾਂ ਜੀ ਦਾ ਜਾਂ ਸਮਾਜ ਦੇ ਲੋਕ ਨੇ ਉਹ ਕਈ ਤਰ੍ਹਾਂ ਦੇ ਰੰਗ ਢੰਗ ਆਪਣੇ ਵਿਖਾਉਂਦੇ ਨੇ, ਕਈ ਰੰਗ ਨਜ਼ਰ ਭਾਵ ਕਈ ਢੰਗਾਂ ਨਾਲ ਵੇਖਦੇ ਨੇ। ਤੁਹਾਡੇ ਕੀਤੇ ਕਾਰਜ ਨੂੰ ਵੀ ਤੇ ਬੀਬੀ ਕੌਲਾਂ ਜੀ ਉਹਨਾਂ ਨੂੰ ਵੀ ਇਸ ਢੰਗ ਨਾਲ ਦੇਖਦੇ ਨੇ। ਬਾਬਾ ਬੁੱਢਾ ਸਾਹਿਬ ਜੀ ਕਹਿਣ ਲੱਗੇ ਸਤਿਗੁਰੂ
ਮੇਰੀ ਬੇਨਤੀ ਇਹ ਹੈ ਕਿ ਬੀਬੀ ਕੌਲਾਂ ਜੀ ਕਿੰਨੇ ਸਮੇਂ ਤੋਂ ਇਹ ਘਾਲਣਾ ਘਾਲ ਰਹੇ ਨੇ। ਉਹ ਗੁਰੂ ਨਾਨਕ ਸਾਹਿਬ ਦੇ ਘਰ ਦੇ ਪ੍ਰੀਤਵਾਨ ਬਣ ਚੁੱਕੇ ਨੇ। ਤੋ ਇਤਿਹਾਸਕ ਤੌਰ ਤੇ ਇਹ ਵੀ ਵਿਚਾਰ ਮਿਲਦੀ ਹੈ, ਅੱਜ ਕੱਲ੍ਹ ਲਾਹੌਰ ਦੇ ਵਿੱਚ ਹੀ ਮੁਜੰਗ ਹੈ, ਜਿਹੜਾ ਕਸਬਾ ਪਹਿਲਾਂ ਵੱਖਰਾ ਸੀ, ਜਦੋਂ ਵਿਸਥਾਰ ਹੋਇਆ ਤੇ ਹੁਣ ਲਾਹੌਰ ਵਿੱਚ ਹੀ ਹੈ। ਉੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪਵਿੱਤਰ ਅਸਥਾਨ ਹੈ ਤੇ ਮੁਜੰਗ ਵਿੱਚ ਹੀ ਬੀਬੀ ਕੌਲਾਂ ਜੀ ਦੇ ਪਿਤਾ ਜੀ ਕਾਜ਼ੀ ਸਨ ਤੇ ਗੁਰੂ ਹਰਗੋਬਿੰਦ ਸਾਹਿਬ ਨੇ ਜਦੋਂ ਜਾ ਕੇ ਦੀਵਾਨ ਸਜਾਇਆ, ਸੰਗਤਾਂ ਪ੍ਰਭਾਵਿਤ ਹੋਈਆਂ ਵਾਹਿਗੁਰੂ ਨਾਮ ਤੋਂ ਤੇ ਸੰਗਤਾਂ ਨੇ ਬਹੁਤ ਜਸ ਗੁਰੂ ਹਰਗੋਬਿੰਦ ਸਾਹਿਬ ਦਾ ਕੀਤਾ ਤੇ ਉਸ ਜਸ ਨੂੰ ਸੰਗਤਾਂ ਦੇ ਮੁਖ ਤੋਂ ਸਰਵਣ ਕਰਕੇ ਬੀਬੀ ਕੌਲਾਂ ਜੀ ਨੂੰ ਵੀ ਗੁਰੂ ਚਰਨਾਂ ਦੀ ਪ੍ਰੀਤ ਦਾ ਰੰਗ ਲੱਗਾ ਹੈ। ਲੋਕ ਆਪਣੇ ਢੰਗ ਨਾਲ ਸੋਚਦੇ ਨੇ, ਪਰ ਬੀਬੀ ਕੌਲਾਂ ਜੀ ਦਾ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਇਸ ਘਰ ਨਾਲ ਇਸ ਤਰ੍ਹਾਂ ਦਾ ਸਨੇਹ ਹੈ ਜਿਵੇਂ ਇੱਕ ਸਿੱਖ ਤੇ ਗੁਰੂ ਦਾ ਸਨੇਹ ਹੁੰਦਾ ਹੈ। ਬੀਬੀ ਕੌਲਾਂ ਜੀ ਨੇ ਇੱਕ ਸਿੱਖ ਵਾਲਾ ਪਿਆਰ ਪੈਦਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਪ੍ਰਭਾਵਿਤ ਹੋ ਕੇ ਨਾਮ ਦੀ ਦਾਤ ਪ੍ਰਾਪਤ ਕੀਤੀ। ਲੋਕ ਆਪਣੇ ਢੰਗ ਨਾਲ ਸੋਚਦੇ ਨੇ, ਪਰ ਕਵੀ ਜੀ ਦਾ ਅੱਜ ਸਾਨੂੰ ਇਹ ਸ਼ਬਦ ਚੱਲ ਰਿਹਾ ਜੋ ਆਪਾਂ ਪੜ੍ਹ ਰਹੇ ਹਾਂ। ਕਵੀ ਜੀ ਕਹਿੰਦੇ ਨੇ, ਗੁਰੂ ਹਰਗੋਬਿੰਦ ਸਾਹਿਬ ਨੂੰ ਬਾਬਾ ਬੁੱਢਾ ਸਾਹਿਬ ਕਹਿਣ ਲੱਗੇ, ਸਤਿਗੁਰੂ ਇਹ ਕਈ ਸਮੇਂ ਤੋਂ ਚਿਰੰਕਾਲ ਤੋਂ ਬੀਬੀ ਜੀ ਤਪ ਕਰ ਰਹੇ ਨੇ, ਭਾਵ ਨਾਮ ਸਿਮਰਨ ਵਿੱਚ ਜੁੜੇ ਤਪੀਏ ਨੇ ਬੀਬੀ ਜੀ, ਉਹ ਤੁਹਾਡੇ ਚਰਨਾਂ ਦੀ ਪ੍ਰੀਤ ਮੰਗਦੇ ਹਨ। ਆਪ ਹੋਇ ਨਾ ਆਪ ਕੋ ਪ੍ਰਾਪਤ। ਕਹਿਣ ਲੱਗੇ ਹੁਣ ਵੀ ਤੁਹਾਡੇ ਚਰਨਾਂ ਵਿੱਚੋਂ ਗੁਰੂ ਮਹਿਮਾ ਦੀ ਪ੍ਰੀਤ ਉਹਨਾਂ ਦੇ ਚਰਨਾਂ ਵਿੱਚ ਜੇ ਪੈਦਾ ਨਾ ਹੋਵੇ ਤੇ ਚੰਗੀ ਗੱਲ ਨਹੀਂ। ਇਹ ਤੇ ਚਿਰ ਕਾਲ ਤੋਂ ਤੁਹਾਡੇ ਪ੍ਰੀਤਵਾਨ ਸਤਿਗੁਰੂ ਤੁਹਾਡੇ ਸਿੱਖ ਨੇ ਬੀਬੀ ਜੀ, ਤੇ ਤੁਹਾਡੇ ਕੋਲੋਂ ਨਾਮ ਦੀ ਪ੍ਰੀਤ ਪ੍ਰਾਪਤ ਕਰਨ ਵਾਸਤੇ ਸਤਿਗੁਰੂ ਪਹੁੰਚੇ ਨੇ। ਸੋ ਸਭ ਸਫਲ ਹੋਏ ਇਸ ਬੇਰੇ। ਸਭ ਸਫਲ ਹੋਏ ਸਭ ਬੇਰੇ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ, ਬਾਬਾ ਸਾਹਿਬ ਜੀ ਜੋ ਵੀ ਇਸ ਵਕਤ ਬਚਨ ਕਹਿਆ ਨਾ, ਇਸ ਵਕਤ ਇਹ ਸਭ ਸਫਲ ਹੋਣਗੇ। ਬੀਬੀ ਕੌਲਾਂ ਜੀ ਨੂੰ ਵੀ ਗੁਰੂ ਘਰ ਵਿੱਚ ਜਗ੍ਹਾ ਮਿਲੇਗੀ ਤੇ ਗੁਰੂ ਪਿਆਰ ਵਾਲੇ ਗੁਰਸਿੱਖ ਸਤਿਕਾਰ ਨਾਲ ਉਹਨਾਂ ਦੀ ਮਾਨਤਾ ਕਰਿਆ ਕਰਨਗੇ। ਉਪਜੈ ਪ੍ਰੀਤ ਆਪ ਕੋ ਹੀਰੇ। ਕਹਿਣ ਲੱਗੇ ਉਪਜੈ ਪ੍ਰੀਤ ਆਪ ਕੋ ਹੀਰੇ। ਆਪ ਜੀ ਦੇ ਦਰਸ਼ਨ ਕਰਕੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਅੰਦਰ ਪ੍ਰੀਤ ਪੈਦਾ ਹੋਈ ਹੈ। ਇਸ ਵਕਤ ਜਿਹੜੀ ਗੁਰੂ ਚਰਨਾਂ ਦੀ ਪ੍ਰੀਤ ਹੈ, ਨਾਮ ਦੀ ਪ੍ਰੀਤ ਹੈ, ਉਹ ਪੈਦਾ ਹੋਈ ਹੈ ਆਪ ਜੀ ਦੇ ਸਤਿਗੁਰੂ ਦਰਸ਼ਨ ਕਰਕੇ, ਕਿਉਂਕਿ ਜਨਮ ਮਰਨ ਦਾ ਦੁੱਖ ਕੱਟਿਆ ਗਿਆ ਹੈ ਤੇ ਤੁਹਾਡੇ ਚਰਨਾਂ ਦੀ ਪ੍ਰੀਤ ਦਰਸ਼ਨਾਂ ਵਿੱਚੋਂ ਉਹਨਾਂ ਨੂੰ ਪ੍ਰਾਪਤ ਹੋਈ ਹੈ। ਸੁਣਤ ਮੋਣ ਸ੍ਰੀ ਹਰਗੋਬਿੰਦ। ਇਹ ਬਚਨ ਸੁਣ ਕੇ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਉਹ ਮੋਨ ਹੋ ਗਏ, ਭਾਵ ਚੁੱਪ ਹੋ ਗਏ, ਜਦੋਂ ਬਾਬਾ ਬੁੱਢਾ ਸਾਹਿਬ ਜੀਆਂ ਨੇ ਬੀਬੀ ਕੌਲਾਂ ਜੀ ਦੇ ਸੰਬੰਧ ਵਿੱਚ ਬਚਨ ਕਹਿ ਕੇ ਚਿਰੰਕਾਲ ਦੀ ਉਹਨਾਂ ਦੀ ਘਾਲਣਾ ਹੈ। ਰੇਖ ਵਸ਼ਿਸ਼ਟ ਤੇ ਰਾਮ ਮਨਿੰਦੋ। ਕਵੀ ਜੀ ਨੇ ਇੱਕ ਪੁਰਾਤਨ ਉਦਾਹਰਨ ਦਿੱਤੀ ਹੈ ਰਿਖੀ ਵਸ਼ਿਸ਼ਟ ਦੀ ਤੇ ਰਾਮਚੰਦਰ ਜੀ ਦੀ। ਜਿਸ ਤਰ੍ਹਾਂ ਉਹਨਾਂ ਨੇ 7 ਬਚਨ ਕਿਹਾ ਸੀ ਨਾ, ਪਰ ਇੱਧਰ ਤਾਂ ਸਾਧ ਸੰਗਤ ਬਹੁਤ ਵੱਡਾ ਪ੍ਰੀਤ ਦਾ ਖਜ਼ਾਨਾ ਗੁਰੂ ਹਰਗੋਬਿੰਦ ਸਾਹਿਬ ਜੀ ਹੈ। ਉਹਨਾਂ ਬਾਬਾ ਬੁੱਢਾ ਸਾਹਿਬ ਜੀ ਦਾ ਬਚਨ ਸੁਣ ਕੇ ਤੇ ਮਾਲਕ ਗੁਰੂ ਜੀ ਚੁੱਪ ਹੋ ਗਏ ਜੀ। ਕਰ ਪਗ ਬੈਠ ਬਖਾਰਨ ਕਰੀ। ਤੇ ਫਿਰ ਬਾਬਾ ਬੁੱਢਾ ਸਾਹਿਬ ਜੀ ਬੈਠ ਗਏ ਤੇ ਇੱਧਰ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਨੇ। ਫਿਰ ਉਹਨਾਂ ਨੇ ਕਰ ਕਹੀਏ ਹੱਥਾਂ ਨੂੰ ਤੇ ਪੱਗ ਕਹੀਏ ਚਰਨਾਂ ਨੂੰ, ਤੇ ਪਖਾਰਨ ਹੁੰਦਾ ਹੈ ਜਲ ਦੇ ਨਾਲ ਚਰਨ ਤੇ ਹੱਥ ਧੋਣੇ, ਭਾਵ ਜਲ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਆਪਣੇ ਚਰਨ ਤੇ ਆਪਣੇ ਹੱਥ ਸਾਫ਼ ਕੀਤੇ ਜੀ। ਮੁਖ ਪੁਖਾਰ ਸੁੰਦਰ ਦੁੱਧ ਧਰੇ। ਤੇ ਮੁਖ ਪਖਾਰ ਕਹੀਏ
ਜਲ ਲੈ ਕੇ ਮੁਖ ਨੂੰ ਸਾਫ਼ ਕਰਨਾ। ਤੇ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੀ ਬਹੁਤ ਸੁੰਦਰ ਸ਼ੋਭਾ ਹੈ। ਬੜੀ ਸੁੰਦਰ ਸ਼ੋਭਾ ਵਾਲੇ ਸਤਿਗੁਰਾਂ ਨੇ ਆਪਣੇ ਮੁਖ ਨੂੰ ਵੀ ਸਾਫ਼ ਕੀਤਾ ਜੀ। ਚੀਰਾ ਸ਼ੋਰ ਦਾਰ ਵੱਡ ਜਰੀ। ਤੋ ਕਵੀ ਜੀ ਨੇ ਦੱਸਿਆ ਹੈ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਚੋਲਾ ਪਹਿਨਿਆ ਉਹ ਕਈ ਕਲੀਆਂ ਵਾਲਾ ਚੋਲਾ ਹੈ। ਮੇਰੇ ਪਾਤਸ਼ਾਹ ਜੀ ਨੇ ਆਪਣੇ ਪਵਿੱਤਰ ਤਨ ਤੇ ਪਹਿਰਿਆ ਹੋਇਆ ਜੀ। ਦੋਹ ਦਿਸ਼ ਲੱਗ ਮੁਕਤਾ ਗਣ ਲਰੇ। ਦੋ ਦਿਸ਼ਾ ਭਾਵ ਦੋਵੇਂ ਪਾਸੇ ਚੋਲੇ ਦੇ ਮੁਕਤਾ ਮੋਤੀ ਤੇ ਬਹੁਤ ਜ਼ਿਆਦੇ ਮੋਤੀ ਜਿਹੜੇ ਸਨ ਉਹ ਚੋਲੇ ਦੇ ਨਾਲ ਜੜੇ ਹੋਏ ਸਨ। ਪਾ ਮੋਤੀ ਲੱਗੇ ਹੋਏ ਸਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਚੋਲੇ ਨਾਲ। ਪੇਚ ਬਦੇ ਜੋ ਅਨੂਠੋ ਬਣਿਓ। ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਪਵਿੱਤਰ ਸੀਸ ਤੇ ਜੋ ਦਸਤਾਰਾ ਸਜਾਇਆ ਉਹਦੇ ਬੜੇ ਸੁੰਦਰ ਪੇਚ ਸਵਾਰੇ ਤੇ ਬਹੁਤ ਵੱਡੀ ਉਪਮਾ ਜਿਹੜੀ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦਸਤਾਰ ਸਜਾ ਕੇ ਜਦੋਂ ਮੁਖ ਸਾਫ਼ ਕਰਕੇ ਚਰਨ ਧੋ ਕੇ ਹੱਥਾਂ ਨੂੰ ਸਾਫ਼ ਕਰਕੇ ਸਤਿਗੁਰੂ ਸੱਜੇ ਨੇ। ਸ਼ਮਸ਼ਨੀਕ ਮੁਖ ਸਾਸ ਜਸ ਸੁਣਿਓ। ਸ਼ਮਸ਼ ਹੁੰਦਾ ਦਾੜਾ, ਨੀਕ ਹੁੰਦਾ ਪਵਿੱਤਰ ਸੋਹਣਾ ਤੇ ਸੋਹਣਾ ਸੁਭਾਏ ਮਾਨ ਮੁਖ ਤੇ ਦਾੜਾ। ਮੁਖ ਸਸ ਜਸ ਸਨਿਓ ਭਾਵ ਗੁਰੂ ਹਰਗੋਬਿੰਦ ਸਾਹਿਬ ਦਾ ਜਿਹੜਾ ਪਵਿੱਤਰ ਮਹਿਮਾ ਹੈ, ਗੁਰੂ ਜੀ ਦਾ ਪਵਿੱਤਰ ਜਸ ਹੈ, ਉਹ ਬਹੁਤ ਸੋਹਣਾ ਮੁਖੜਾ ਚੰਦਰਮਾ ਵਰਗਾ ਤੇ ਦਾੜਾ ਸੋਹਣਾ ਤੇ ਸਤਿਗੁਰੂ ਸਾਹਿਬ ਦਾ ਜਸ ਸਾਧ ਸੰਗਤ ਉਜਲ ਹੈ। ਬਹੁਤ ਪਵਿੱਤਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜਸ ਮਹਿਮਾ ਹੈ। ਵੱਡ ਬਿਸਤਰਤ ਬੋਲੋਚਨ ਸੋਭਾ। ਤੋ ਕਵੀ ਜੀ ਕਹਿੰਦੇ ਨੇ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਭਾਵ ਨੇਤਰ ਨੇ। ਬਾਕੀ ਲੋਕਾਂ ਨਾਲੋਂ ਨੇਤਰਾਂ ਦਾ ਆਕਾਰ ਵੱਡਾ ਹੈ ਤੇ ਵੱਡੇ ਨੇਤਰ ਵਾਲੇ ਗੁਰੂ ਹਰਗੋਬਿੰਦ ਸਾਹਿਬ ਦੇ ਨੇਤਰ ਬਹੁਤ ਸ਼ੋਭਾ ਪਾਉਂਦੇ ਨੇ। ਅਵਲੋਕਤ ਕਿਸਨਹਿ ਮਨ ਲੋਭਾ। ਤੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਵੇਖਦੇ ਆ ਕਿਸੇ ਵੱਲ ਤੇ ਉਹਦਾ ਮਨ ਲੁਭਾਏ ਮਾਨ ਹੋ ਜਾਂਦਾ ਹੈ। ਭਾਵ ਗੁਰੂ ਚਰਨਾਂ ਤੋਂ ਉਹ ਸਦਕੇ ਜਾਂਦਾ ਹੈ ਜਿੱਧਰ ਗੁਰੂ ਹਰਗੋਬਿੰਦ ਸਾਹਿਬ ਕਿਰਪਾ ਭਰੀ ਦ੍ਰਿਸ਼ਟੀ ਨਾਲ ਤੱਕਦੇ ਨੇ, ਸਿੱਖ ਨੂੰ ਦੇਖਦੇ ਨੇ, ਉਹਦਾ ਮਨ ਭਾਈ ਗੁਰੂ ਚਰਨਾਂ ਤੋਂ ਸਦਕੇ ਜਾਣ ਲੱਗ ਪੈਂਦਾ ਜੀ। ਕੋਰਦਾਰ ਹੀਰੇ ਬਰ ਚੀਰੇ। ਤੇ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਜਿਹੜੇ ਬਸਤਰ ਪਹਿਨੇ ਆ ਉਹ ਹੀਰਿਆਂ ਜੜੇ ਨੇ, ਬੜੇ ਸੁੰਦਰ ਨੇ। ਤੇ ਸਤਿਗੁਰੂ ਪਾਤਸ਼ਾਹ ਜੀ ਦੇ ਬਸਤਰ ਜਿਗਾ ਬਦੀ ਸ਼ਬ ਉਪਰ ਚੀਰੇ। ਤੇ ਜਿਗਾ ਬਦੀ ਭਾਵ ਦਸਤਾਰ ਉੱਪਰ ਸਤਿਗੁਰਾਂ ਨੇ ਜਿਗਾ ਸਜਾਈ ਹੈ। ਉਹਦੀ ਛੱਬ ਬੜੀ ਹੈ ਜੋ ਦਸਤਾਰ ਦੇ ਉੱਪਰ ਜਿਗਾ ਕਲਗੀ ਬੱਧੀ ਹੈ, ਉਹ ਬੜੀ ਸ਼ੋਭਾ ਪਾਉਂਦੀ ਹੈ। ਕਿਉਂਕਿ ਸਾਧ ਸੰਗਤ ਆਪਾਂ ਸਰਵਣ ਕਰਦੇ ਹਾਂ ਗੁਰੂ ਪੰਥ ਦੇ ਢਾਡੀ ਸਿੰਘਾਂ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਦੀ ਉਸਤਤ ਵਿੱਚ ਜਦੋਂ ਢਾਡੀ ਸਿੰਘ ਵਾਰਾਂ ਗਾਇਨ ਕਰਦੇ ਨੇ, ਉਹ ਪੜ੍ਹਦੇ ਨੇ, ਕਹਿਣ ਲੱਗੇ ਜਦੋਂ ਗੱਦੀ ਨਸ਼ੀਨੀ ਦੀ ਵਾਰ ਪੜ੍ਹਨਗੇ ਢਾਡੀ ਸਿੰਘ, ਉਹ ਗੱਦੀ ਨਸ਼ੀਨੀ ਦੀ ਵਾਰ ਹੈ ਕਿ ਜਦੋਂ ਸ੍ਰੀ ਗੁਰੂ ਤਖਤ ਬਰਾਜੇ ਪ੍ਰਭੂ ਧਿਆਏ ਕੈ ਮੀਰ ਨੱਥ ਮਲ ਓ ਅਬਦੁੱਲਾ ਜਸ ਕਹੇ ਬਣਾਏ ਕੇ। ਤੇ ਢਾਡੀ ਸਿੰਘਾਂ ਨੇ ਵਾਰ ਕੀ ਗਾਈ, ਕਹਿਣ ਲੱਗੇ ਦੋ ਤਲਵਾਰੀ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਹਿੰਮਤ ਬਾਹਾਂ ਕੋਟਗੜ ਦਰਵਾਜ਼ਾ ਬਲਖ ਬਖੀਰ ਦੀ, ਨਾਲ ਸਿਪਾਹੀ ਨੀਲ ਨਲ ਮਾਰ ਦੁਸ਼ਟਾਂ ਕਰੇ ਤਗੀਰ ਦੀ। ਤੇ ਢਾਡੀ ਨੱਥਮਲ ਓ ਅਬਦੁੱਲਾ ਜੀ ਨੇ ਇਹ ਵਾਰ ਵਿੱਚ ਕਿਹਾ ਪੱਗ ਤੇਰੀ ਕੀ ਜਹਾਂਗੀਰ ਦੀ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਜਦੋਂ ਤੁਸੀਂ ਤਖਤ ਉੱਤੇ ਬਿਰਾਜਮਾਨ ਹੁੰਦੇ ਹੋ, ਤੁਹਾਡੀ ਇੱਜ਼ਤ, ਤੁਹਾਡੇ ਸਨਮਾਨ ਦੇ ਸਾਹਮਣੇ ਦੁਨੀਆਦਾਰ ਦੇ ਬਾਦਸ਼ਾਹ ਵੀ ਹੇਚ ਹੋ ਜਾਂਦੇ ਨੇ। ਤੁਹਾਡਾ ਸਨਮਾਨ ਇੰਨਾ ਉੱਚਾ ਹੈ, ਤੁਹਾਡਾ ਤੇ ਕੋਈ ਮੁਕਾਬਲਾ ਜਾਂ ਕੋਈ ਤੁਹਾਡਾ ਸਾਨੀ ਨਹੀਂ, ਤੁਹਾਡੇ ਬਰਾਬਰ ਦਾ ਕੋਈ ਨਹੀਂ। ਪੱਗ ਤੇਰੀ ਗੁਰੂ ਹਰਗੋਬਿੰਦ ਸਾਹਿਬ, ਤੁਹਾਡੀ ਸ਼ਾਨ ਇੰਨੀ ਉੱਚੀ ਹੈ ਕਿ ਜਹਾਂਗੀਰ ਦੀ
ਜਹਾਂਗੀਰ ਤੁਹਾਡੇ ਸਾਹਮਣੇ ਕੀ ਕੁਝ ਵੀ ਨਹੀਂ, ਤੁਸੀਂ ਸਭ ਤੋਂ ਉੱਚੇ ਮਾਣ ਸਨਮਾਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ। ਤੋਂ ਕਵੀ ਜੀ ਵੀ ਕਿਰਪਾ ਵਰਤਾ ਰਹੇ ਨੇ, ਗੁਰ ਇਤਿਹਾਸ ਦੀ ਆਪਣੀ ਸ਼ਹਿਬਰ ਲਾਉਂਦੇ ਆ। ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਜੋ ਦਸਤਾਰ ਉੱਪਰ ਜਿਗਾ ਕਲਗੀ ਬੱਧੀ, ਉਹਦੀ ਬਹੁਤ ਵੱਡੀ ਛੱਬ ਦਸਤਾਰ ਉੱਪਰ ਬੜੀ ਵੱਡੀ ਸ਼ੋਭਾ ਹੈ। ਮੁਕਤਾ ਉਜਲ ਗੋਲ ਵਿਸਾਲਾ, ਤੇ ਮੋਤੀਆਂ ਜੜਿਆ ਉਜਲ ਮੇਰੇ ਪਾਤਸ਼ਾਹ ਜੀ ਦੇ ਬਹੁਤ ਸੁੰਦਰ ਬਸਤਰ ਹੈ। ਸਤਿਗੁਰੂ ਸਾਹਿਬ ਜੀ ਦੇ ਉਜਲ ਨੇ ਮੋਤੀਆਂ ਜੜੇ ਉਜਲ ਬਸਤਰ, ਤੇ ਬਹੁਤ ਵੱਡਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਪ੍ਰਤਾਪ ਹੈ। ਕੁੰਡਲ ਮੁਖ ਮੰਡਲ ਪਰ ਝਾਲਾ, ਜੋ ਕੇਸਾਂ ਦੀ ਕੁੰਡਲ ਨੇ ਉਹ ਵੀ ਮੁੱਖ ਮੰਡਲ ਤੇ ਝੁਲਦੇ ਨੇ, ਬਹੁਤ ਪਿਆਰੇ ਲੱਗਦੇ ਨੇ। ਗੁਰੂ ਹਰਗੋਬਿੰਦ ਸਾਹਿਬ ਦੀ ਸ਼ੋਭਾ ਬਹੁਤ ਵੱਡੀ ਸ਼ੋਭਾ ਹੈ ਜੋ ਮਹਾਕਵੀ ਜੀ ਨੇ ਬਿਆਨ ਕੀਤੀ ਹੈ ਜੀ। ਕੰਚਨ ਕੰਕਣ ਜਰੇ ਜਵਾਹਰ, ਕੰਚਨ ਕਹੀਏ ਸੋਨੇ ਨੂੰ ਤੇ ਕੰਕਣ ਕਹੀਏ ਕੰਗਣ, ਜਰੇ ਜਵਾਹਰ ਜਵਾਹਰਾਤ ਨਾਲ ਜੜੇ ਹੋਏ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਾਸ ਇਸ ਤਰ੍ਹਾਂ ਦੇ ਪਹਿਨਣ ਵਾਸਤੇ ਸਾਧ ਸੰਗਤ ਕੰਗਣ ਨੇ। ਮੁਕਤਾ ਮਾਲ ਵਿਸਾਲੀ ਯਾਹਰ, ਤੇ ਮੋਤੀਆਂ ਦੇ ਨਾਲ ਜੜੇ ਹੋਏ ਬੜੇ ਪ੍ਰਗਟ ਤੌਰ ਤੇ ਵਿਸ਼ਾਲ ਬਸਤਰ ਨੇ ਜਿਨ੍ਹਾਂ ਨੂੰ ਮੋਤੀ ਜੜੇ ਹੋਏ ਨੇ। ਸੂਖਮ ਬਸਤਰ ਸਰੀਰ ਸੁਹਾਏ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੋ ਤਨ ਉੱਪਰ ਪਵਿੱਤਰ ਤਨ ਤੇ ਬਸਤਰ ਨੇ ਉਹ ਸਾਧ ਸੰਗਤ ਬੜੇ ਸੂਖਸ਼ਮ ਨੇ, ਤੇ ਸਰੀਰ ਉੱਤੇ ਪਹਿਨੇ ਹੋਏ ਬਸਤਰ ਵੀ ਸ਼ੋਭਾ ਪਾਉਂਦੇ ਨੇ। ਖੜਗ ਸਿਪਰ ਦੋਨੋਂ ਅੰਗ ਲਾਏ, ਖੜਗ ਕਹੀਏ ਕਿਰਪਾਨ ਤੇ ਸਿਪਰ ਕਹੀਏ ਢਾਲ, ਇਹ ਦੋਨੇ ਹੀ ਭਾਵ ਸ੍ਰੀ ਸਾਹਿਬ ਤੇ ਢਾਲ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋਨਾਂ ਨੂੰ ਆਪਣੇ ਅੰਗਾਂ ਨਾਲ ਲਾਇਆ ਹੋਇਆ ਜੀ। ਕਿਆ ਗੁਰ ਸ਼ੋਭਾ ਕਰੋ ਉਚਾਰੀ, ਤੇ ਮਹਾਕਵੀ ਜੀ ਕਹਿਣ ਲੱਗੇ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਤੁਹਾਡੀ ਸ਼ੋਭਾ ਕਿੰਨੀ ਕੁ ਉਚਾਰੀ ਜਾ ਸਕਦੀ ਹੈ। ਸ਼ਬਦਾਂ ਦਾ ਭੰਡਾਰ ਮੁੱਕ ਸਕਦਾ ਸਾਡੇ ਪਾਸ, ਪਰ ਤੁਹਾਡੀ ਸ਼ੋਭਾ ਤੇ ਬੇਅੰਤ ਵਿੱਚ ਸਾਨੂੰ ਅਭੇਦ ਕਰਦੀ ਹੈ। ਤੁਸੀਂ ਆਪ ਵੀ ਬੇਅੰਤ ਨਾਲ ਜੁੜੇ ਹੋ, ਤੇ ਸਤਿਗੁਰੂ ਤੁਹਾਡੀ ਸ਼ੋਭਾ ਵੀ ਕਿੰਨੀ ਕੁ ਕੋਈ ਉਚਾਰਨ ਕਰਕੇ ਬਿਆਨ ਕਰ ਸਕਦਾ, ਭਾਵ ਸਾਡੇ ਤੋਂ ਸੰਪੂਰਨ ਮਹਿਮਾ ਨਹੀਂ ਬਿਆਨ ਹੋ ਸਕਦੀ ਜੀ। ਅਪਰਨਾ ਪਈਤ ਜਿਨ ਅਨੁਹਾਰੀ, ਤੋ ਕਵੀ ਜੀ ਦਾ ਬਚਨ ਹੈ ਅਪਰਨਾ ਪਈਤ ਜਿਨ ਅਨਹਾਰੀ, ਭਾਵ ਤੁਹਾਡੇ ਬਰਾਬਰ ਹੋਰ ਕੋਈ ਨਹੀਂ। ਗੁਰੂ ਹਰਗੋਬਿੰਦ ਸਾਹਿਬ ਜੀ ਕਿੰਨਾ ਕੋਈ ਸੁੰਦਰ ਕੱਪੜਾ ਪਹਿਨ ਲਵੇ, ਪਰ ਤੁਹਾਡੇ ਵਰਗੀ ਸ਼ੋਭਾ ਕਿਸੇ ਦੀ ਨਹੀਂ ਬਣ ਸਕਦੀ ਜੀ। ਜਬਰ ਜਵਾਹਰ ਯਾਹਰ ਜਰੇ, ਤੇ ਮਹਾਰਾਜ ਤੁਸਾਂ ਬੜੇ ਸੁੰਦਰ ਜਵਾਹਰ ਜ਼ਾਹਰ ਪ੍ਰਗਟ ਤੌਰ ਤੇ ਆਪਣੇ ਬਸਤਰਾਂ ਨਾਲ ਜੜੇ ਨੇ, ਤੇ ਬੜੀ ਸ਼ੋਭਾ ਪਾਉਂਦੇ ਨੇ ਤੁਹਾਡੇ ਬਸਤਰ ਵੀ। ਹੈ ਪਰ ਜੀਨ ਸਜਾਵਨ ਕਰੇ, ਤੇ ਤੁਹਾਡੇ ਘੋੜਿਆਂ ਉੱਪਰ ਜਿਹੜੀਆਂ ਪਾਈਆਂ ਹੋਈਆਂ ਜ਼ੀਨਾਂ ਨੇ ਉਹ ਵੀ ਬੜੀਆਂ ਸਜਾਵਟ ਵਾਲੀਆਂ ਨੇ। ਵੇਖ ਵੇਖ ਕੇ ਹਰ ਕੋਈ ਅਸ ਕਰਦਾ ਹੈ। ਗੁਰੂ ਜੀ ਦਾ ਮੁਖ ਤੋਂ ਨਾਮ ਨਿਕਲਦਾ ਤੁਹਾਡੀ ਸੁੰਦਰਤਾ ਵੇਖ ਕਰਕੇ, ਤੁਹਾਡੇ ਘੋੜੇ ਦੀ ਸੁੰਦਰਤਾ ਵੇਖ ਕਰਕੇ ਜੀ। ਢੀਲ ਬਿਲੰਦ ਗੁਰੂ ਦੋਤ ਸੰਗ, ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਬਹੁਤ ਵੱਡੀ ਢੀਲ ਡੋਲ ਵਾਲੇ ਸ਼ੋਭਾ ਵਾਲੇ, ਤੇ ਦੁੱਤ ਕਹੀਏ ਸ਼ੋਭਾ ਗੁਰੂ ਜੀ ਦੀ ਜਿਹੜੀ ਸ਼ੋਭਾ ਹੈ ਨਾ ਗੁਰੂ ਜੀ ਨਾਲ ਬਹੁਤ ਵੱਡੀ ਹੈ, ਤੇ ਪਾਤਸ਼ਾਹ ਵੱਡੀ ਢੀਲ ਵਾਲੇ ਨੇ। ਭਏ ਅਰੋਹਣ ਤੁਸੀਂ ਤੁਰੰਗ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਘੋੜੇ ਨੇ ਸਾਧ ਸੰਗਤ ਉਹ ਹੋਰ ਕਿਸੇ ਕੋਲ ਵੀ ਨਹੀਂ, ਬਹੁਤ ਪਿਆਰ ਵਾਲੇ ਨੇ, ਕਿਉਂਕਿ ਸਤਿਗੁਰਾਂ ਦੇ ਚਰਨਾਂ ਤੋਂ ਸਦਕੇ ਜਾਂਦੇ ਨੇ। ਜਿਵੇਂ ਗੁਰੂ ਹਰਗੋਬਿੰਦ ਸਾਹਿਬ ਦੇ ਦੋ ਘੋੜੇ ਬਹਾਦਰ ਬਾਬਾ ਬਿਧੀ ਚੰਦ ਸਾਹਿਬ ਲੈ ਕੇ ਆਏ ਸਨ ਲਾਹੌਰ ਤੋਂ, ਇਸ ਤਰ੍ਹਾਂ ਪਿਆਰ ਵਾਲੀਆਂ ਸੰਗਤਾਂ ਭੇਟਾ ਕਰਦੀਆਂ ਨੇ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਬਹੁਤ ਸੁੰਦਰ ਸ਼ੋਭਾ ਵਾਲੇ ਘੋੜੇ ਨੇ। ਸਿੱਖ ਸੇਵਕ ਸਭ ਬਰਜ ਹਟਾਏ, ਤੇ ਇਧਰ ਸਾਧ ਸੰਗਤ ਜਦੋਂ ਜੰਗ ਵਿਖੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਜੇ ਹੋਏ ਨੇ,
ਤੇ ਉਹਨਾਂ ਗੁਰਸਿੱਖਾਂ ਨੂੰ ਕੋਈ ਬਚਨ ਕਹਿ ਕੇ ਰੋਕ ਦਿੱਤਾ, ਸਿੱਖ ਸੇਵਕਾਂ ਨੂੰ ਵਰਜ ਦਿੱਤਾ। ਵਰਜ ਦਾ ਮਤਲਬ ਦਾ ਰੋਕਣਾ, ਵਰਜ ਦਿੱਤਾ ਭਾਵ ਪਿੱਛੇ ਹਟਾ ਦਿੱਤਾ ਵੀ ਗੁਰਸਿੱਖੋ ਕੁਝ ਸਮੇਂ ਵਾਸਤੇ ਤੁਸੀਂ ਰੁਕ ਜਾਓ, ਪਿੱਛੇ ਰੁਕ ਜਾਓ ਜੀ। ਏਕ ਨਫਰ ਲੈ ਸੰਗ ਸਿਧਾਏ, ਇੱਕ ਨਫਰ ਨੌਕਰ ਉਹਨੂੰ ਨਾਲ ਲੈ ਕੇ ਪਾਤਸ਼ਾਹ ਆਪਣੇ ਸੇਵਕ ਨੂੰ, ਪਿਆਰੇ ਨੂੰ ਤੇ ਆਪਣੇ ਨਾਲ ਲੈ ਕੇ ਪਾਤਸ਼ਾਹ ਚੱਲ ਪਏ ਨੇ ਜੀ। ਜਹ ਕਾਜੀ ਕੋ ਦੀਰਘ ਮੰਦਰ, ਜਿੱਥੇ ਕਾਜ਼ੀ ਬੀਬੀ ਕੌਲਾਂ ਜੀ ਦੇ ਪਤੀ ਦਾ ਪਿਤਾ ਜੀ, ਵਾਹਿਗੁਰੂ ਪਿਤਾ ਜੀ ਖਿਮਾ ਕਰਨੀ, ਪਿਤਾ ਜੀ ਬੀਬੀ ਕੌਲਾਂ ਜੀ ਦੇ ਪਿਤਾ ਜੀ ਦਾ ਜਿੱਥੇ ਅੰਦਰ ਮੰਦਰ ਸੀ। ਸੁੰਦਰ ਬਿਸਦ ਵਹਿਰਿਆਰੇ ਅੰਦਰ, ਤੇ ਸੁੰਦਰ ਬਿਸਦ ਭਾ ਬਹੁਤ ਉੱਜਲ ਮੰਦਰ ਸੀ। ਤੋ ਸਾਧ ਸੰਗਤ ਬਹੁਤ ਹੀ ਪਿਆਰ ਵਾਲਾ ਉਹਨਾਂ ਦਾ ਮੰਦਰ ਸੀ। ਫਿਰ ਸਿੱਖਾਂ ਨੂੰ ਕੁਝ ਰੋਕ ਕੇ ਗੁਰੂ ਹਰਗੋਬਿੰਦ ਸਾਹਿਬ ਉਸ ਅਸਥਾਨ ਤੇ ਚਲੇ ਗਏ, ਭਾ ਵਹਿਰ ਅਰ ਅੰਦਰ, ਅੰਦਰ ਚਲੇ ਗਏ ਗੁਰੂ ਹਰਗੋਬਿੰਦ ਸਾਹਿਬ ਜੀ। ਬਾਹਰ ਗੁਰਸਿੱਖਾਂ ਨੂੰ ਖਿਲਾਰ ਕੇ ਜੀ ਕਰੇ ਝਰੋਖੇ ਰਾਖ ਦਰੀਚੀ, ਭਾ ਬਹੁਤ ਸੋਹਣੀਆਂ ਉਹਦੇ ਸਾਧ ਸੰਗਤ ਕੇ ਝਰੋਖੇ ਸਨ, ਭਾਵ ਝਰੋਖੇ ਛੱਡੇ ਸਨ। ਜਿਵੇਂ ਆਪਾਂ ਬਾਰੀਆਂ ਵਿੱਚ ਝਰੋਖੇ ਛੱਡਦੇ ਹਾਂ ਕਿ ਕੋਈ ਬਾਹਰ ਦੀ ਆਵਾਜ਼ ਸਾਨੂੰ ਮਿਲੇ, ਇਸ ਤਰ੍ਹਾਂ ਬਣਾਏ ਹੋਏ ਘਰ ਦੇ ਅੰਦਰ ਦੀਆਂ ਜੋ ਕੰਧਾਂ ਨੇ, ਜਿੱਥੇ ਕੋਈ ਤਖਤੇ ਆਦਿਕ ਲੱਗੇ ਨੇ, ਬਹੁਤ ਸੋਹਣੇ ਉਹਦੇ ਵਿੱਚ ਝਰੋਖੇ ਸਨ। ਬਣੀ ਸੋ ਬੈਠਕ ਉੱਚੀ ਨੀਚੀ, ਤੇ ਸਾਧ ਸੰਗਤ ਜਿਹੜੀ ਬੈਠਕ ਬੈਠਣ ਵਾਸਤੇ ਜਗ੍ਹਾ ਤਿਆਰ ਕੀਤੀ ਸੀ ਉਹ ਉੱਚੀ ਤੇ ਨੀਚੀ, ਭਾਵ ਨੀਵੀਂ ਤੇ ਉੱਚੀ ਸੀ। ਬਹੁਤ ਸੋਹਣੇ ਢੰਗ ਨਾਲ ਬੈਠਣ ਵਾਸਤੇ ਉਹ ਬਣਾਈ ਸੀ ਤੇ ਉਹਦੇ ਵਿੱਚ ਬੜੇ ਸੁੰਦਰ ਝਰੋਖੇ ਸਨ। ਦੇਖਤ ਰੂਪ ਅਧਿਕ ਅਕੁਲਾਈ, ਤੋ ਕਵੀ ਜੀ ਕਹਿੰਦੇ ਨੇ ਦੇਖਤ ਰੂਪ ਅਧਿਕ ਅਕਲਾਈ। ਜਦੋਂ ਬੀਬੀ ਕੌਲਾਂ ਜੀ ਨੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਦਰਸ਼ਨ ਕੀਤਾ, ਤੇ ਜੇ ਸਿੱਖ ਤੇ ਗੁਰੂ ਦੇ ਨਾਤੇ ਨਾਲ ਦੇਖਾਂਗੇ ਤੇ ਕਿਹੜਾ ਸਿੱਖ ਹੈ ਜਦੋਂ ਦਰਸ਼ਨ ਕਰਕੇ ਗੁਰੂ ਦੇ ਚਰਨਾਂ ਤੋਂ ਸਦਕੇ ਨਹੀਂ ਜਾਂਦਾ। ਗੁਰੂ ਨਾਨਕ ਸਾਹਿਬ ਜੀ ਦਾ ਤੇ ਆਪਾਂ ਬਚਨ ਪੜ੍ਹਦੇ ਹਾਂ, ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਗੁਰੂ ਚਰਨਾਂ ਤੋਂ ਭਾਈ ਕਿਹੜਾ ਸਿੱਖ ਹੈ ਜਿਹੜਾ ਸਦਕੇ ਨਹੀਂ ਜਾਂਦਾ? ਉਹ ਵੱਡੀ ਕਿਸਮਤ ਵਾਲਾ ਸਿੱਖ ਹੈ ਜਿਹੜਾ ਗੁਰੂ ਜੀ ਦੇ ਦਰਸ਼ਨ ਕਰਕੇ ਬਲਿਹਾਰ ਕੁਰਬਾਨ ਜਾਂਦਾ ਹੈ। ਤੋ ਕਵੀ ਜੀ ਨੇ ਦੱਸਿਆ ਹੈ, ਜਦੋਂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਾਜ਼ੀ ਦੇ ਘਰ ਬੀਬੀ ਕੌਲਾਂ ਜੀ ਦੇ ਪਿਤਾ ਜੀ ਦੇ ਘਰ ਵਿੱਚ ਗਏ, ਤੇ ਬੀਬੀ ਜੀ ਨੇ ਵੀ ਉਹ ਸਤਿਗੁਰੂ ਸਾਹਿਬ ਦੇ ਦਰਸ਼ਨ ਕੀਤੇ, ਤੇ ਬਹੁਤ ਅਕੁਲਾਈ ਦਾ ਅਰਥ ਹੁੰਦਾ ਬਹੁਤ ਪਿਆਰ ਵਿੱਚ। ਜਿਵੇਂ ਸਾਧ ਸੰਗਤ ਅਕੁਲਾਈ ਕਹਿੰਦੇ ਵਿਆਕੁਲ, ਭਾਵ ਬਹੁਤ ਮਨ ਨੂੰ ਚਾਹ ਵੀ ਚੜਿਆ। ਇਹ ਵੀ ਵਿਆਕੁਲ ਵੀ ਹੈ ਕਿ ਅੱਜ ਕਿੰਨਾ ਸਮਾਂ ਜ਼ਿੰਦਗੀ ਦਾ ਗੁਜ਼ਰ ਚੁੱਕਾ ਹੈ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਦਰਸ਼ਨ ਕਰਨ ਦਾ ਸਬਬ ਬਣਿਆ। ਮਨ ਵਿੱਚ ਪ੍ਰਸੰਨਤਾ ਬਣੀ ਜੀ। ਮਨਹੁ ਰੰਕ ਕੇ ਢਿੱਗ ਨਿਧ ਆਈ, ਰੰਕ ਕਹੀਏ ਗਰੀਬ ਨੂੰ, ਮਾਨੋ ਜਿਵੇਂ ਕਿਸੇ ਗਰੀਬ ਕੋਲ ਖਜ਼ਾਨਾ ਆ ਜਾਏ ਨਾ, ਤੇ ਜਿਵੇਂ ਉਹਨੂੰ ਚਾਅ ਚੜ ਜਾਂਦਾ ਖਜ਼ਾਨਾ ਵੇਖ ਕੇ। ਬੀਬੀ ਕੌਲਾਂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਅਧਿਆਤਮਕ ਤੌਰ ਤੇ, ਕਿਉਂਕਿ ਨਾਮ ਦਾ ਰੰਗ ਤੇ ਲੱਗਾ ਹੋਇਆ ਸੀ ਗੁਰੂ ਹਰਗੋਬਿੰਦ ਸਾਹਿਬ ਦੀ ਸੰਗਤ ਵਿੱਚੋਂ, ਤੇ ਜਦੋਂ ਦਰਸ਼ਨ ਕੀਤੇ ਤੇ ਨਾਮ ਦਾ ਰੰਗ ਜਿਹੜਾ ਸੀ ਉਹਦਾ ਪ੍ਰਤਾਪ ਵੱਧ ਗਿਆ ਜੀ। ਬਹੁਤ ਸ਼ੁੱਧਤ ਜੈਸੇ ਨਰ ਕੋਏ, ਜਿਵੇਂ ਕੋਈ ਬਹੁਤ ਭੁੱਖਾ ਆਦਮੀ ਹੋਵੇ ਨਾ, ਕਈ ਸਮਿਆਂ ਤੋਂ ਭੁੱਖਾ ਹੋਵੇ, ਤੇ ਉਸ ਵਕਤ ਜੀ ਮਨੋ ਆਹਾਰ ਦੇਤ ਟਿਗ ਹੋਏ, ਤੇ ਮਾਨੋ ਜਿਵੇਂ ਉਹਨੂੰ ਭੁੱਖੇ ਆਦਮੀ ਨੂੰ ਭੋਜਨ ਮਿਲ ਜਾਵੇ, ਉਹਦੇ ਕੋਲ ਕੋਈ ਭੋਜਨ ਲਿਆ ਕੇ ਰੱਖ ਦੇਵੇ, ਉਹਨੂੰ ਭੁੱਖੇ ਨੂੰ ਕਿੰਨੀ ਖੁਸ਼ੀ ਹੁੰਦੀ ਹੈ। ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਗੁਰੂ ਪਿਤਾ ਜੀ ਦੇ ਦਰਸ਼ਨ ਕਰਕੇ
ਬੀਬੀ ਕੌਲਾਂ ਜੀ ਨੂੰ ਅਤਿਅੰਤ ਪ੍ਰਸੰਨਤਾ ਹੋਈ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਪ੍ਰਸੰਨਤਾ ਦੇਣ ਵਾਲੇ ਹਨ। ਮਹਾ ਤਪਤ ਤੇ ਲਾਗਸ ਪਿਆਸਾ, ਜਿਵੇਂ ਕੋਈ ਬਹੁਤ ਗਰਮੀ ਵਿੱਚ ਹੋਵੇ ਤੇ ਉਹਨੂੰ ਪਿਆਸ ਵੀ ਅੰਤਾਂ ਦੀ ਲੱਗੀ ਹੋਵੇ ਜੀ, ਪੀਣ ਚਹਤ ਜਲ ਹੋਇ ਕਰ ਪਾਸਾ, ਤੇ ਉਹ ਜਲ ਪੀਣਾ ਚਾਹੁੰਦਾ ਹੋਵੇ ਤੇ ਜਲ ਫਿਰ ਉਹਦੇ ਪਾਸ ਹੋਵੇ। ਜਿਵੇਂ ਜਲ ਪੀ ਕੇ ਭਾਈ ਪਿਆਸੇ ਬੰਦੇ ਨੂੰ ਪ੍ਰਸੰਨਤਾ ਮਿਲਦੀ, ਇਸੇ ਤਰ੍ਹਾਂ ਬੀਬੀ ਕੌਲਾਂ ਜੀ ਨੇ ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀਆਂ ਦੇ ਆਤਮਿਕ ਤੌਰ ਤੇ ਦਰਸ਼ਨ ਕੀਤੇ ਤੇ ਕੋਈ ਪ੍ਰਸੰਨਤਾ ਇੰਨੀ ਵੱਧ ਗਈ। ਸਾਧ ਸੰਗਤ, ਜਿਹੜੇ ਦੁੱਖ ਤੇ ਦੁੱਖ ਸੀ, ਵੱਡੇ ਵੱਡੇ ਦੁੱਖ, ਜਨਮ ਮਰਨ ਦਾ ਦੁੱਖ ਅੰਦਰੋਂ ਮੁੱਕ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਜੀ। ਮਨੋਹ ਪ੍ਰਤੀਖਤ ਹੁਤੀ ਚਕੋਰੀ, ਤੇ ਮਨੋ ਜਿਹੜੀ ਚਕੋਰੀ ਹੈ ਨਾ ਜੀ, ਸਾਧ ਸੰਗਤ, ਜਿਵੇਂ ਆਪਾਂ ਚੰਦਰਮਾ ਦੇ ਦਰਸ਼ਨ ਕਰਦੀ ਹੈ, ਜਿਹੜੀ ਚਕੋਰ ਹੈ ਜਾਂ ਚਕੋਰੀ, ਉਹਨੂੰ ਸਾਧ ਸੰਗਤ ਜਿਵੇਂ ਦਰਸ਼ਨ ਦੀ ਉਡੀਕਦੀ ਹੈ, ਚੰਦ ਦੇ ਦਰਸ਼ਨ ਲਈ ਉਡੀਕਦੀ ਹੈ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਨਾਲ ਆਤਮਿਕ ਸਨੇਹ ਹੈ ਨਾਮ ਬਾਣੀ ਕਰਕੇ। ਤੇ ਜਿਵੇਂ ਚਕੋਰੀ ਚੰਦਰਮਾ ਦੀ ਉਡੀਕਦੀ ਸੀ, ਇਸੇ ਤਰ੍ਹਾਂ ਬੀਬੀ ਕੌਲਾਂ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਨ ਦੀ ਚਾਹਨਾ ਰੱਖਦੇ ਸਨ। ਔਚਕ ਚੰਦਰ ਚਿਤਿਓ ਚਿਤ ਚੋਰੀ, ਅਚਾਨਕ ਚੰਦਰਮਾ ਦੇਖਿਆ, ਜਿਵੇਂ ਚਕੋਰੀ ਚੰਦਰਮਾ ਨੂੰ ਦੇਖੇ ਤੇ ਚੰਦਰਮਾ ਨਾਲ ਪ੍ਰੀਤ ਜੁੜ ਜਾਂਦੀ ਹੈ, ਇਸੇ ਤਰ੍ਹਾਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜਦੋਂ ਦਰਸ਼ਨ ਕੀਤੇ ਤੇ ਮਨ ਗੁਰੂ ਹਰਗੋਬਿੰਦ ਸਾਹਿਬ ਤੋਂ ਸਦਕੇ ਜਾਣ ਲੱਗ ਪਿਆ, ਮਨ ਕੁਰਬਾਨ ਜਾਣ ਲੱਗ ਪਿਆ। ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ ਤੇ ਮਨ ਗੁਰੂ ਪ੍ਰੀਤ ਵਿੱਚ ਲੁਭਾਏ ਮਾਨ ਹੋ ਗਿਆ ਜੀ। ਅਵਲੋਕਤ ਰਹਿ ਗਈ ਏਕ ਟਕ ਹੀ, ਤੋ ਕਵੀ ਜੀ ਕਹਿੰਦੇ ਨੇ ਗੁਰੂ ਹਰਗੋਬਿੰਦ ਸਾਹਿਬ ਜਦੋਂ ਘਰ ਵਿੱਚ ਆਏ ਨਾ ਜੀ, ਕਾਜ਼ੀ ਦੇ ਘਰ ਵਿੱਚ, ਪਿਤਾ ਦੇ ਘਰ ਵਿੱਚ ਆਏ, ਦਰਸ਼ਨ ਕੀਤੇ, ਇੱਕ ਟੱਕ ਹੀ ਗੁਰੂ ਹਰਗੋਬਿੰਦ ਸਾਹਿਬ ਦੇ ਬੀਬੀ ਕੌਲਾਂ ਜੀ ਦਰਸ਼ਨ ਕਰਦੇ ਰਹੇ। ਭਈ ਅਚੰਚਲ ਮੁਖ ਕੋ ਤਕ ਹੀ, ਤੇ ਅਚੰਚਲ ਦਾ ਸਾਧ ਸੰਗਤ ਅਰਥ ਹੁੰਦਾ ਵਿਸਮਾਦਮਈ ਅਵਸਥਾ ਵਿੱਚ ਪਹੁੰਚ ਜਾਣਾ, ਭਾਵ ਵਿਸਮਾਦ ਵਿੱਚ ਚਲੀ ਗਈ। ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਇੱਕ ਟੱਕ ਦਰਸ਼ਨ ਕੀਤੇ ਤੇ ਮਨ ਜਿਹੜਾ ਸੀ ਉਹ ਮੁਖ ਤੱਕ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਵਿਸਮਾਦਮਈ ਅਵਸਥਾ ਵਿੱਚ ਬੀਬੀ ਜੀ ਪਹੁੰਚ ਗਏ। ਦ੍ਰਿਗ ਬਿਸਤਰਤ ਕਮਲ ਜਨ ਫੁੱਲੇ, ਤੋ ਸਾਧ ਸੰਗਤ, ਜਿਹੜੇ ਦ੍ਰਿਗ ਸੀ ਗੁਰੂ ਹਰਗੋਬਿੰਦ ਸਾਹਿਬ ਦੇ ਵੱਡੇ ਵਿਸਥਾਰ ਵਾਲੇ ਅੱਖਾਂ, ਉਹ ਕਮਲ ਵਾਂਗ ਭਾਵ ਸ਼ੋਭਾ ਪਾ ਰਹੇ ਸਨ, ਜਿਵੇਂ ਕਮਲ ਦੇ ਫੁੱਲ ਖਿੜੇ ਹੁੰਦੇ ਨੇ, ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਦੇ ਕਿਰਪਾ ਦ੍ਰਿਸ਼ਟੀ ਵਾਲੇ ਨੇਤਰ ਸ਼ੋਭਾ ਪਾ ਰਹੇ ਸਨ। ਲਾਜ ਸਮੇਤ ਆਪਨ ਪੋ ਭੂਲੇ, ਤੇ ਬੀਬੀ ਜੀ, ਬੀਬੀ ਕੌਲਾਂ ਜੀ ਇਹ ਬਚਨ ਭੁੱਲ ਹੀ ਗਏ, ਭਾਵ ਕਿਉਂਕਿ ਨਾਮ ਬਾਣੀ ਵਿੱਚ ਜੁੜਿਆ ਸੰਸਾਰੀ ਗੱਲਾਂ ਨੂੰ ਭੁੱਲ ਜਾਂਦਾ। ਆਪਾਂ ਬਚਨ ਪੜ੍ਹਦੇ ਹਾਂ, ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਭਗਤਾਂ ਤੇ ਸੰਸਾਰੀ ਬੰਦਿਆਂ ਦਾ ਕਦੀ ਜੋੜ ਨਹੀਂ ਬਣਦਾ। ਉਹਦਾ ਕਾਰਨ ਕਿਉਂਕਿ ਸੰਸਾਰੀ ਬੰਦੇ ਆਪਣੇ ਐਂਗਲ ਤੋਂ ਸੋਚਦੇ ਆ ਤੇ ਨਿਰੰਕਾਰ ਨਾਲ ਜੁੜੇ ਆਪਣੇ ਢੰਗ ਨਾਲ ਸੋਚਦੇ ਆ, ਤਾਂ ਹੀ ਸੋਚ ਨਹੀਂ ਰਲਦੀ, ਫਰਕ ਰਹਿੰਦਾ। ਤੋ ਕਵੀ ਜੀ ਨੇ ਇੱਥੇ ਬਚਨ ਕਿਹਾ ਹੈ, ਬੀਬੀ ਜੀ ਗੁਰੂ ਪ੍ਰੀਤ ਵਿੱਚ ਜੁੜੇ ਤੇ ਉਹ ਸਭ ਕੁਝ ਭੁੱਲ ਹੀ ਗਏ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਕੇ ਬਹੁਤ ਵੱਡੀ ਪ੍ਰਸੰਨਤਾ ਮਿਲਦੀ ਜੀ। ਤਿਸ ਕੋ ਪ੍ਰੇਮ ਹੇਰ ਕਰ ਘਣੋ, ਤੇ ਬੀਬੀ ਜੀ ਦਾ ਜਦੋਂ ਪ੍ਰੇਮ ਦੇਖਿਆ ਨਾ, ਇਹਨਾਂ ਅੰਦਰ ਪ੍ਰੇਮ ਜਿਹੜਾ ਹੈ ਨਾ ਉਹ ਗੁਰੂ ਪ੍ਰੀਤ ਵਾਲਾ ਹੈ, ਗੁਰੂ ਸ਼ਬਦ ਦੀ ਮਹਿਮਾ ਨਾਲ ਜੁੜਿਆ ਪ੍ਰੀਤ ਹੈ। ਤੇ ਜਦੋਂ ਇਸ ਪ੍ਰੀਤ ਨੂੰ ਧੰਨ ਗੁਰੂ ਹਰਗੋਬਿੰਦ ਸਾਹਿਬ ਨੇ ਦੇਖਿਆ ਵੀ ਘਣੀ ਪ੍ਰੀਤ ਹੈ, ਬਹੁਤ ਵੱਡੀ ਪ੍ਰੀਤ ਹੈ। ਖਰੀ ਕਰੀ ਬਦਿਅਤ ਜਿਨ ਕਿਨ ਮਨੋ, ਕਵੀ ਜੀ ਕਹਿੰਦੇ ਮਨ ਨੂੰ ਇਸ ਤਰ੍ਹਾਂ ਸੀ,
ਜਿਵੇਂ ਉਹ ਖੜੇ ਜਿਸ ਥਾਂ ਤੇ ਬੀਬੀ ਜੀ ਖੜੇ ਆ ਨਾ, ਇੰਜ ਲੱਗਦਾ ਹੈ ਵੀ ਜਿਵੇਂ ਉਹਨਾਂ ਦੇ ਸਰੀਰ ਨੂੰ ਕਿਸੇ ਰੱਸੀ ਨਾਲ ਬੱਧਾ ਹੋਵੇ, ਨਾ ਹਿਲਜੁਲ ਨਹੀਂ, ਭਾਵ ਗੁਰੂ ਦਰਸ਼ਨਾਂ ਵਿੱਚ ਇੰਨੇ ਮਗਨ ਨੇ। ਬੀਬੀ ਕੌਲਾਂ ਜੀ ਗੁਰੂ ਚਰਨਾਂ ਤੋਂ ਸਦਕੇ ਜਾਂਦੇ ਨੇ। ਤੇ ਇੱਕ ਮੈਂ ਤੁਹਾਨੂੰ ਇਸ ਗੱਲ ਨੂੰ ਸਪਸ਼ਟ ਕਰ ਲਈ ਵੀ ਬਚਨ ਕਵਾਂ, ਸਾਧ ਸੰਗਤ ਜਿਹੜੇ ਗੁਰੂ ਦਰਸ਼ਨ ਹੈ ਨਾ, ਇਹ ਭਾਈ ਗੁਰਦਾਸ ਜੀ ਨੇ ਮਹਿਮਾ ਬਿਆਨ ਕੀਤੀ ਹੈ, ਕਿਉਂਕਿ ਅਨੁਭਵ ਕਵੀ ਅਨੁਭਵੀ ਰਸ ਨੂੰ ਜਾਣ ਸਕਦੇ ਤੇ ਬਿਆਨ ਕਰ ਸਕਦੇ ਆ। ਉਹ ਕਹਿੰਦੇ ਜਦੋਂ ਗੁਰੂ ਦਰਸ਼ਨ ਕੀਤੇ ਤੇ ਗੁਰੂ ਦਰਸ਼ਨਾਂ ਦੀ ਇੰਨੀ ਵੱਡੀ ਬਰਕਤ ਹੈ, ਫਿਰ ਹੋਰ ਕਿਸੇ ਪਾਸੇ ਵੱਲ ਤੱਕਣ ਦੀ ਲੋੜ ਹੀ ਨਹੀਂ ਪੈਂਦੀ ਜਦੋਂ ਗੁਰੂ ਦੇ ਚਰਨਾਂ ਤੋਂ ਮਨੁੱਖ ਸਦਕੇ ਜਾਣ ਲੱਗ ਪਵੇ। ਇਸੇ ਤਰ੍ਹਾਂ ਧੰਨ ਬੀਬੀ ਜੀ, ਬੀਬੀ ਕੌਲਾਂ ਜੀ ਇਸ ਤਰ੍ਹਾਂ ਧਰਤੀ ਤੇ ਖੜੇ ਨੇ, ਸਾਵਧਾਨ ਨੇ, ਸੁਚੇਤ ਨੇ, ਦਰਸ਼ਨ ਕਰ ਰਹੇ ਨੇ, ਮਾਨੋ ਜਿਵੇਂ ਕਿਸੇ ਰੱਸੀ ਆਦਿਕ ਜਾਂ ਕਿਸੇ ਨਾਲ ਉਹ ਬੱਝੇ ਹੋਣ ਧਰਤੀ ਤੇ, ਉਹਨਾਂ ਨੂੰ ਬੰਨ੍ਹ ਕੇ ਖਿਲਾਰਿਆ ਹੋਵੇ। ਇਹ ਹੀ ਅਸੀਂ ਗੁਰਮਤ ਦੀ ਭਾਸ਼ਾ ਵਿੱਚ ਕਹਾਂਗੇ, ਬੀਬੀ ਜੀ ਸੁਰਤ ਕਰਕੇ ਪ੍ਰਮਾਤਮਾ ਨਾਲ, ਗੁਰੂ ਨਾਲ ਜੁੜੇ ਹੋਏ ਸਨ। ਆਤੁਰ ਕੋ ਬਿਲੋਕ ਮਨ ਭੀਨੋ। ਤੇ ਬੀਬੀ ਜੀ ਦਾ ਜਿਹੜਾ ਮਨ ਹੈ ਨਾ, ਬੀਬੀ ਕੌਲਾਂ ਜੀ ਦਾ, ਇਸ ਗੁਰੂ ਪ੍ਰੇਮ ਵਿੱਚ ਦਰਸ਼ਨ ਕਰਦਿਆਂ ਮਨ ਤੇ ਰੰਗ ਚੜ ਗਿਆ, ਭਾਵ ਬਹੁਤ ਹੀ ਮਨ ਭਿੱਜ ਗਿਆ ਨਾਮ ਬਾਣੀ ਵਿੱਚ। ਹਰ ਪ੍ਰੇਮ ਬਾਣੀ ਮਨ ਮਾਰਿਆ, ਅਣਿਆਲੇ ਅਣੀਆਂ ਰਾਮ ਰਾਜੇ, ਜਿਸ ਲਾਗੀ ਪ੍ਰੀਤ ਪ੍ਰਮ ਕੀ ਸੋ ਜਾਣੈ ਜਰੀਆ। ਇਹ ਤੇ ਪ੍ਰੀਤ ਵਾਲੇ ਹੀ ਦੱਸ ਸਕਦੇ ਨੇ ਕਿ ਜਿਨ੍ਹਾਂ ਦੀ ਸੱਚੇ ਦਿਲੋਂ ਪ੍ਰੀਤ ਲੱਗਦੀ ਹੈ, ਉਹ ਫਿਰ ਇੱਧਰ ਉੱਧਰ ਝਾਕਦੇ ਨਹੀਂ। ਤੇ ਬੀਬੀ ਕੌਲਾਂ ਜੀ ਦਾ ਮਨ ਗੁਰੂ ਚਰਨਾਂ ਨਾਲ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨਾਲ, ਭਾਵ ਨਾਮ ਬਾਣੀ ਦੀ ਪ੍ਰੀਤ ਨਾਲ ਟਿਕ ਗਿਆ, ਭਿੱਜ ਗਿਆ ਜੀ। ਬਾਜੀ ਕੋ ਟਿਕਾਏ ਤਬ ਲੀਨੋ। ਬਾਜੀ ਕਹੀਏ ਘੋੜੇ ਨੂੰ, ਜਿਹੜਾ ਘੋੜਾ ਸੀ ਨਾ, ਜਿਸ ਦੀ ਸਵਾਰੀ ਕਰਕੇ ਗੁਰੂ ਹਰਗੋਬਿੰਦ ਸਾਹਿਬ ਉਹਨਾਂ ਦੇ ਘਰ ਵਿੱਚ ਗਏ ਸਨ, ਬੀਬੀ ਜੀ ਦੇ ਪਿਤਾ ਜੀ ਦੇ ਘਰ ਵਿੱਚ। ਤੇ ਗੁਰੂ ਹਰਗੋਬਿੰਦ ਸਾਹਿਬ ਜੀਆਂ ਨੇ ਆਪਣੇ ਘੋੜੇ ਨੂੰ ਟਿਕਾ ਲਿਆ, ਭਾਵ ਘੋੜੇ ਨੂੰ ਰੱਸਾ ਪਾ ਕੇ ਕਿਤੇ ਬੰਨ੍ਹ ਦਿੱਤਾ, ਟਿਕਾ ਲਿਆ। ਤੇ ਬੀਬੀ ਜੀ ਦੇ ਮਨ ਵਿੱਚ ਗੁਰੂ ਚਰਨਾਂ ਦੀ ਪ੍ਰੀਤ ਦਾ ਬਹੁਤ ਵੱਡਾ ਪਿਆਰ ਠਾਠਾ ਮਾਰਦਾ ਜੀ। ਕਿਤੀ ਬੇਰ ਬੀਤੀ ਜਬ ਖਰੇ। ਤੇ ਕੁਝ ਸਮਾਂ ਜਦੋਂ ਬਤੀਤ ਹੋਇਆ ਨਾ ਜੀ, ਕਿਤੀ ਦਾ ਮਤਲਬ ਕੁਝ ਸਮਾਂ, ਕੁਝ ਟਾਈਮ ਜਦੋਂ ਬੀਬੀ ਜੀ ਨੂੰ ਖੜਿਆਂ ਹੋਇਆਂ ਨੂੰ ਬਤੀਤ ਹੋਇਆ, ਜਦੋਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰਦਿਆਂ ਕਰਦਿਆਂ ਉਹ ਸਾਵਧਾਨ ਹੋਏ ਸਨ। ਇਤ ਉਤ ਕੌਲਾਂ ਨੈਣ ਨਾ ਕਰੇ। ਇੱਧਰ ਉੱਧਰ ਬੀਬੀ ਕੌਲਾਂ ਜੀ ਨੇ ਆਪਣੇ ਨੇਤਰਾਂ ਨੂੰ ਨਹੀਂ ਕੀਤਾ, ਭਾਵ ਨੇਤਰ ਕਦੀ ਇੱਧਰ ਉੱਧਰ ਨਹੀਂ ਘੁਮਾਏ। ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਪ੍ਰੀਤ, ਨਾਮ ਬਾਣੀ ਦੀ ਪ੍ਰੀਤ ਨਾਲ ਹੀ ਬੀਬੀ ਜੀ ਟਿਕੇ ਹੋਏ ਨੇ। ਤਪਤ ਘਾਮ ਤੇ ਬਹੁ ਅਕੁਲਾਵੈ। ਜਿਵੇਂ ਬਹੁਤ ਗਰਮੀ ਤੋਂ, ਬਹੁਤ ਤਪਸ਼ ਤੋਂ ਮਨ ਜਿਹੜਾ ਨਾ ਉਹ ਕਾਲਾ ਪੈਂਦਾ ਹੈ। ਸਾਧ ਸੰਗਤ ਅੱਗੇ ਕਵੀ ਜੀ ਦੱਸਦੇ ਨੇ, ਵਿਆਕੁਲ ਭਇਓ ਸ਼ਾਮ ਪੁਨ ਪਾਵੈ। ਤੇ ਜਿਵੇਂ ਗਰਮੀ ਤੋਂ ਬਚਣ ਲਈ ਬੰਦਾ ਪਹਿਲਾਂ ਵਿਆਕੁਲ ਹੋ ਜਾਂਦਾ ਹੈ, ਤੇ ਫਿਰ ਵਿਆਕੁਲ ਹੋਇਆ ਠੰਡੀ ਛਾਂ ਲੱਭਦਾ, ਤੇ ਜੇ ਵਿਆਕੁਲ ਹੋਏ ਨੂੰ ਠੰਡੀ ਛਾਂ ਲੱਭੇ ਤੇ ਫਿਰ ਉਹ ਥਾਂ ਕੌਣ ਛੱਡਦਾ। ਇਸੇ ਤਰ੍ਹਾਂ ਬੀਬੀ ਕੌਲਾਂ ਜੀ ਗੁਰੂ ਪ੍ਰੀਤ ਸਦਕਾ, ਉਹ ਵਾਰ ਨੇ ਬਲਿਹਾਰ ਨੇ ਗੁਰੂ ਚਰਨਾਂ ਤੋਂ ਜਾਣ ਵਾਲੇ, ਜਦੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕਰ ਰਹੇ ਨੇ, ਉਹਨਾਂ ਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਨੂੰ ਠੰਡੀ ਛਾਂ ਮਿਲ ਗਈ ਹੈ। ਜਿਹੜੀ ਸੰਸਾਰੀ ਤਪਸ਼ ਹੈ ਉਹ ਤੋਂ ਮੈਂ ਬਚ ਗਈ ਹਾਂ, ਤੇ ਹੁਣ ਮੈਨੂੰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦੀ ਪ੍ਰੀਤ ਰੂਪੀ ਠੰਡ ਮਿਲੀ ਹੈ। ਇਹਦੇ ਨਾਲ ਮਾਨਸਿਕ ਤੌਰ ਤੇ ਸ਼ਾਂਤੀ ਪ੍ਰਾਪਤ ਹੋਈ ਜੀ। ਤਿਆਗ ਨ ਸਕਹਿ ਰਹੇ ਥਿਰ ਜੈਸੇ। ਤੇ ਬੀਬੀ ਜੀ ਐਸੇ ਗੁਰੂ ਚਰਨਾਂ ਦੀ ਪ੍ਰੀਤ ਵਿੱਚ ਮਗਨ ਨੇ, ਉਹ ਬੀਬੀ ਜੀ ਮਾਲਕ ਦੇ ਚਰਨਾਂ ਨੂੰ ਤਿਆਗ ਨਹੀਂ ਸਕਦੇ।
ਤੇ ਉਸੇ ਤਰ੍ਹਾਂ ਟਿਕੇ ਹੋਏ ਨੇ, ਇੱਕ ਮਨ ਬਚਨ ਕਰਮ ਕਰਕੇ ਟਿਕੇ ਹੋਏ ਨੇ। ਥਿਰ ਜੈਸੇ, ਥਿਰ ਦਾ ਮਤਲਬ ਟਿਕ ਜਾਣਾ, ਜੈਸੇ ਟਿਕੇ ਹੋਏ ਆ ਨਾ ਜੀ, ਉਹ ਗੁਰੂ ਚਰਨਾਂ ਦਾ ਕਦੀ ਤਿਆਗ ਨਹੀਂ ਕਰ ਸਕਦੇ। ਇੱਕ ਮੈਂ ਤੁਹਾਨੂੰ ਅਰਜ਼ ਕਰਾਂ, ਫਿਰ ਸਮਾਂ ਵੀ ਹੋ ਜਾਣਾ। ਗੁਰਸਿੱਖਾਂ ਦੀਆਂ ਵੱਡੀਆਂ ਵਾਰਤਾਵਾਂ ਨੇ। ਭਾਈ ਮਤੀ ਦਾਸ ਜੀ ਨੂੰ ਜਦੋਂ ਕਿਹਾ ਸੀ ਨਾ, ਕੁਝ ਲਾਲਚ ਦਿੱਤਾ, ਤੇ ਭਾਈ ਜੀ ਕਹਿਣ ਲੱਗੇ, ਕਾਜ਼ੀ ਅਜੇ ਤੈਨੂੰ ਗੁਰੂ ਪ੍ਰੀਤ ਚਰਨਾਂ ਦਾ ਕੋਈ ਗਿਆਨ ਨਹੀਂ। ਗੁਰੂ ਚਰਨਾਂ ਦੀ ਪ੍ਰੀਤ ਕਿਹਨੂੰ ਕਹਿੰਦੇ ਆ? ਤੂੰ ਤੇ ਧਨ ਦੇ ਲਾਲਚ ਵਿੱਚ ਹੀ ਵੱਡੇ ਅਹੁਦੇ ਲੈ, ਤੇ ਧਨ ਦੇ ਲਾਲਚ ਵਿੱਚ ਹੀ ਦੂਜਿਆਂ ਨੂੰ ਲਾਲਚ ਦੇਣਾ ਹੈ। ਉਹ ਗੁਰੂ ਕਾ ਸਿੱਖ ਜੁੱਤੀ ਦੀ ਨੋਕ ਤੇ ਤੇਰੇ ਲਾਲਚ ਠਕਰਾਉਂਦਾ ਹੈ। ਮੈਨੂੰ ਇਹ ਪਤਾ ਹੈ, ਜਿੰਨਾ ਗੁਰੂ ਹਰਗੋਬਿੰਦ ਸਾਹਿਬ, ਗੁਰੂ ਤੇਗ ਬਹਾਦਰ ਸਾਹਿਬ ਦੀ ਪਿੱਠ ਦਾ ਦੁੱਖ ਹੈ, ਉਹਨਾਂ ਤੇਰੇ ਆਰੇ ਦਾ ਦੁੱਖ ਨਹੀਂ। ਬਾਬਾ ਕਬੀਰ ਜੀ ਦੇ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ, ਕਹਿਣ ਲੱਗੇ ਜਿਹੜਾ ਆਰਾ ਹੈ ਨਾ ਜੀ, ਇਹਦਾ ਉਹਨਾਂ ਦੁੱਖ ਪੀੜ ਨਹੀਂ ਜਿੰਨਾ ਗੁਰੂ ਤੇਗ ਬਹਾਦਰ ਸਾਹਿਬ ਦੀ ਪਿੱਠ ਦਾ ਦੁੱਖ ਹੈ। ਆਰੇ ਦਾ ਦੁੱਖ ਝੱਲ ਲਵਾਂਗਾ, ਗੁਰੂ ਦੀ ਪਿੱਠ ਦਾ ਦੁੱਖ ਨਹੀਂ ਝੱਲਿਆ ਜਾਣਾ। ਤੋ ਬੀਬੀ ਕੌਲਾਂ ਜੀ ਵੀ ਇਸ ਤਰ੍ਹਾਂ ਗੁਰੂ ਪਿਆਰ ਵਿੱਚ ਮਗਨ ਨੇ। ਉਹ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਤਿਆਗ ਨਹੀਂ ਸਕਦੇ ਜੀ। ਗਾਡੀ ਹੋਏ ਠੰਡੀ ਤਹ ਐਸੇ, ਤੇ ਜਿਵੇਂ ਆਤਮਿਕ ਤੌਰ ਤੇ ਠੰਡ ਪੈਂਦੀ ਹੈ, ਇਸੇ ਤਰ੍ਹਾਂ ਗੁਰੂ ਚਰਨਾਂ ਤੋਂ ਸਦਕੇ ਜਾਂਦਿਆਂ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਦੇ ਦਰਸ਼ਨ ਕੀਤੇ। ਬਾਕੀ ਪ੍ਰਸੰਗ ਕੱਲ ਨੂੰ ਵਿਚਾਰਿਆ ਜਾਏਗਾ। ਤੋ ਭੁੱਲਾਂ ਦੀ ਖਿਮਾ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ, ਧੰਨ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦਾ ਕੋਟਾਨ ਕੋਟ ਧੰਨਵਾਦ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮਾਨਯੋਗ ਸਿੰਘ ਸਾਹਿਬ ਜੀਆਂ ਦਾ, ਸਤਿਗੁਰੂ ਕਿਰਪਾ ਕਰਨ। ਹਰ ਬੁੱਧਵਾਰ ਹਰ ਐਤਵਾਰ ਸ਼੍ਰੀ ਅਕਾਲ ਤਖਤ ਸਾਹਿਬ ਤੇ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਹੈ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ। ਭੁੱਲਾਂ ਚੁੱਕਾਂ ਦੀ ਖਿਮਾ। 27 ਨਵੰਬਰ ਨੂੰ ਗੁਰੂ ਨਾਨਕ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ ਹੈ। ਪੂਰੀ ਦੁਨੀਆ ਵਿੱਚ ਵਸਦੇ ਪੰਥ ਨੂੰ ਬਹੁਤ ਬਹੁਤ ਵਧਾਈਆਂ। ਸਤਿਗੁਰ ਨਾਨਕ ਪ੍ਰਗਟਿਆ, ਮਿੱਟੀ ਧੁੰਦ ਜਗ ਚਾਨਣ ਹੋਆ। ਆਓ ਜੀ ਅਖੀਰਲੀਆਂ ਤੁਕਾਂ ਪੜ੍ਹ ਕੇ ਸਮਾਪਤੀ ਹੈ। ਤਿਆਗ ਨ ਸਕੈ ਰਹੇ ਥਿਰ ਜਾਸੀ, ਗਾਡੀ ਹੋਏ ਠਾਂਡੀ ਤਹ ਐਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।